ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜੋਗ ਵਿਰਾਗ ਭਗਤ ਪੁਨ ਗਿਆਨਾ। ਇਹ ਚਾਰੋਂ ਵਰਨੇ ਬਿਦ ਨਾਨਾ। ਦੈਵ ਸੰਪਦਾ ਗੁਣ ਜੇ ਬ੍ਰਿੰਦਾ। ਯਾ ਮੈਂ ਭਨੇ ਹਨ ਦੁਖ ਦੰਦਾ। ਜੋਗ ਵਿਰਾਗ ਭਗਤ ਪੁਨ ਗਿਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਨਿਤ ਨੇਮ ਨਾਲ ਹੀ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਜੀ ਨੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਸਰਵਣ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਆਪ ਸੰਗਤਾਂ ਨੇ ਮਹਾਨ ਤੋਂ ਮਹਾਨ ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਸੋ ਸਾਧ ਸੰਗਤ ਜੀ, ਜੋ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਾਂ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਾਫੀ ਮਹੀਨਿਆਂ ਤੋਂ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਪੜ੍ਹਦੇ ਆ ਰਹੇ ਸਾਂ। ਉਹ ਸਤਿਗੁਰੂ ਜੀ ਦੀ ਹੁਣ ਕਥਾ ਜਿਹੜੀ ਹੈ ਅਖੀਰਲਾ ਪ੍ਰਸੰਗ ਸੰਪੂਰਨਤਾ ਤੱਕ ਆ ਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਆਪ ਵੀ ਕਿਰਪਾ ਕਰਕੇ ਆਪਣਾ ਇਹ ਜਿਹੜਾ ਕਾਰਜ ਨਿਰਵਿਘਨਤਾ ਦੇ ਸਹਿਤ ਸੰਪੂਰਨ ਕਰਾਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਅੰਤਰਲੇ ਪ੍ਰਸੰਗ ਵਿੱਚ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਚੱਲ ਰਿਹਾ ਹੈ।
ਕਿ ਮਹਾਰਾਜ ਜੀ ਸੁਪੁੱਤਰਾਂ ਦੇ ਕਹਿਣ 'ਤੇ ਬੇਨਤੀ ਕਰਨੇ ਕਰਕੇ 2 ਘੜੀਆਂ ਦਰਸ਼ਨ ਬਖਸ਼ਿਆ। ਪੁੱਤਰਾਂ ਨਾਲ ਬਚਨ ਵਿਲਾਸ ਸਭ ਤਰ੍ਹਾਂ ਨਾਲ ਹੋਏ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਕਰਨੇ ਕਰਕੇ ਵਾਹਿਗੁਰੂ ਸ਼ਬਦ ਮੰਤਰ ਦੇ ਅਰਥ ਸਤਿਗੁਰੂ ਜੀ ਨੇ ਦੱਸੇ। ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਦੀ ਉਸਤਤ ਕੀਤੀ। ਗੁਰੂ ਮਹਾਰਾਜ ਨੇ ਭਾਈ ਪਦ ਬਖਸ਼ਿਆ। ਇਸ ਤਰ੍ਹਾਂ ਗੁਰੂ ਜੀ ਕਿਰਪਾ ਕਰਕੇ ਸਾਧ ਸੰਗਤ ਜੀ ਉਸ ਵੇਲੇ ਸਿੱਖਾਂ ਨੂੰ ਭਾਈ ਭਗੀਰਥ, ਭਾਈ ਸੁਧਾਰਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਅਜਿੱਤਾ ਇਤਿਆਦਿਕ ਗੁਰੂ ਕੇ ਸਿੱਖ ਜਿਹੜੇ ਉਪਦੇਸ਼ ਲੈ ਲੈ ਕੇ ਗਏ ਸਨ, ਜਿਨ੍ਹਾਂ ਦੇ ਪਿੱਛੇ ਨਾਮ ਆਏ ਹੈ ਬੇਅੰਤ, ਉਹਨਾਂ ਵਿੱਚੋਂ ਜਿਹੜੇ ਸਾਰੇ ਸਰੀਰ ਕਰਕੇ ਸਨ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਹੀ ਸਭ ਆਏ ਹੋਏ ਸੀ। ਅਤੇ ਗੁਰੂ ਮਹਾਰਾਜ ਨੇ ਉਪਦੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਕੇ ਕਿਹਾ ਕਿ ਹੁਣ ਸਿੱਖੋ ਤੁਸੀਂ ਸੋਹਣੀ ਜਿਹੜੀ ਕਨਾਤ ਹੈ, ਤੰਬੂ ਹੈ, ਉਹ ਸਾਡੇ ਸਰੀਰ ਦੇ ਇਰਦ ਗਿਰਦ ਉਹਨੂੰ ਤਾਣ ਦਿਓ। ਉਸ ਕਨਾਤ ਨੂੰ ਤਾਣ ਕੇ ਅਤੇ ਆਪ ਜਿਹੜੇ ਆ ਬਾਹਰ ਜਾ ਕੇ ਖੜੇ ਹੋ ਜਾਓ। ਕਿਸੇ ਨੇ ਕੋਈ ਵਿਰਾਗ ਨਹੀਂ ਕਰਨਾ ਹੈ, ਬਸ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਰਮੇਸ਼ਰ ਦੇ ਗੁਣ ਗਾਉਣੇ ਹੈ, ਗੁਰਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਜਸ ਕਰਨਾ ਹੈ। ਇਹ ਕੁਝ ਕਹਿ ਕੇ ਸਤਿਗੁਰੂ ਜੀ ਨੇ ਜੋ ਸੋਹਣੀ ਵਿਛਾਈ ਵਿਛੀ ਸੀ, ਕੁਸ਼ਾ ਦੱਬ ਦੀ ਹਰੀ ਹਰੀ, ਉਸ ਉੱਪਰ ਮਹਾਰਾਜ ਜੀ ਨੇ ਚਾਦਰਾ ਜਿਹੜਾ ਹੈ ਸੁਭਾਏਮਾਨ ਵਿਛਾ ਕਰਕੇ, ਜੋ ਸਿੱਖਾਂ ਨੇ ਪੂਰੀ ਭਾਈ ਸੁਧਾਰਨ ਹੋਣਾ ਤਿਆਰੀ ਕੀਤੀ ਸੀ, ਉਸ ਉੱਪਰ ਬਿਰਾਜ ਗਏ ਹੈ। ਅਤੇ ਮਹਾਰਾਜ ਇੱਕ ਚਾਦਰਾ ਜਿਹੜਾ ਉੱਪਰ ਲੈ ਕੇ ਜਿਹੜੇ ਹੈ ਬਿਰਾਜਮਾਨ ਹੋ ਗਏ। ਆਪਣਾ ਇਸ ਸਰੀਰ ਵਿੱਚੋਂ ਆਪਣੀ ਜੋਤ ਸਤਿਗੁਰੂ ਜੀ ਨੇ ਇਸ ਤਰ੍ਹਾਂ ਜਿਹੜੀ ਹੈ ਕੀਤੀ ਹੈ, ਜਿਵੇਂ ਇਸ ਤਰ੍ਹਾਂ ਪ੍ਰਾਣ ਸਮਾਏ ਮਹਾਰਾਜ ਜੀ ਦੇ, ਜਿਵੇਂ ਸਾਧ ਸੰਗਤ ਜੀ ਹਾਥੀ ਦੇ ਗਲ ਵਿੱਚ ਵੱਡੀ ਸਾਰੀ ਮਾਲਾ ਪਾਈ ਬੜੀ ਛੇਤੀ ਲੱਥ ਜਾਂਦੀ ਹੈ। ਮਹਾਰਾਜ ਜਦੋਂ ਹੀ ਕਨਾਤ ਦੇ ਵਿੱਚ ਚਾਦਰਾ ਉੱਪਰ ਤਾਣ ਕੇ ਬਿਰਾਜ ਗਏ ਹੈ, ਜੋਤੀ ਜੋ ਸਮਾ ਗਏ। ਇਹ ਦਰਬਾਰ ਅਤੇ ਸੰਗਤ ਵਿੱਚ ਇੱਕਦਮ ਹੀ ਕੁਲਕਲਾਹਟ, ਹਾਹਾਕਾਰ ਜੀ ਮਚ ਗਈ ਕਿ ਮਹਾਰਾਜ ਜੋਤੀ ਜੋ ਸਮਾ ਗਏ ਹੈ। ਗੁਰੂ ਦੇ ਵਿਛੋੜੇ ਨੂੰ ਝੱਲਦੇ ਨਾ ਹੋਏ ਸਾਰੇ ਸਿੱਖ ਬੜਾ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿੱਥੇ ਪ੍ਰੇਮ ਹੋਵੇ ਸਾਧ ਸੰਗਤ ਉੱਥੇ ਸੁੱਤੇ ਸਿਰ ਦੀ ਇਹ ਵਿਰਾਗ ਦੇ ਝਰਨੇ ਛੁੱਟ ਪੈਂਦੇ ਹੈ। ਅਤੇ ਮਹਾਰਾਜ ਜੀ ਦੇ ਜੋਤੀ ਜੋ ਸਮਾਉਣੇ ਕਰਕੇ ਸਿੱਖਾਂ ਨੇ ਉਸ ਵੇਲੇ ਬਹੁਤ ਵਿਰਾਗ ਕੀਤਾ। ਇੰਨੇ ਨੂੰ ਉੱਥੇ ਜਿਹੜੇ ਮੁਸਲਮਾਨ ਪਹਿਲਾਂ ਹੀ ਕੁਝ ਬੈਠੇ ਹੋਏ ਸੀ ਜਾਂ ਹੋਰ ਪਠਾਨ ਆ ਗਏ ਸ਼ਸਤਰਾਂ ਦੇ ਸਹਿਤ, ਉਹ ਵੀ ਸਮੇਂ ਸਿਰ ਪਹੁੰਚ ਗਏ। ਇੱਧਰੋਂ ਸਿੱਖ ਵਿਰਾਗ ਕਰ ਰਹੇ, ਉਹ ਅਸਚਰਜ ਹੋ ਗਏ। ਉਹ ਕਹਿਣ ਲੱਗੇ ਵੀ ਸਾਨੂੰ ਵੀ ਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਾਓ। ਜੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ, ਜੇ ਆਪ ਗੁਰੂ ਕੇ ਸਿੱਖ ਹੋ, ਅਸੀਂ ਗੁਰੂ ਕੇ ਮੁਰੀਦ ਹਾਂ। ਸਾਡੇ ਗੁਰੂ ਨਾਨਕ ਦੇਵ ਜੀ ਪੀਰ ਹਨ। ਭਾਈ ਭਗੀਰਥ, ਭਾਈ ਸੁਧਾਰਨ, ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਸਿੱਖ ਕਹਿਣ ਲੱਗੇ ਵੀ ਹੁਣ ਤੁਸੀਂ ਹਠ ਨਾ ਕਰੋ, ਜਿੱਦ ਨਾ ਕਰੋ, ਅਤੇ ਸਮਾਂ ਨਹੀਂ ਹੈ ਹਠ ਜਿੱਦ ਕਰਨ ਦਾ। ਜੇ ਤੁਸਾਂ ਨੇ ਦਰਸ਼ਨ ਹੀ ਕਰਨੇ ਸੀ ਤਾਂ ਪਹਿਲਾਂ ਆ ਜਾਂਦੇ। ਹੁਣ ਤਾਂ ਮਹਾਰਾਜ ਜੋਤੀ ਜੋ ਸਮਾ ਗਏ, ਇਸ ਕਰਕੇ ਤੁਸੀਂ ਜਿੱਥੇ ਖਲੋਤੇ ਉੱਥੇ ਮੱਥਾ ਟੇਕ ਲਓ। ਪਠਾਨ ਇਹ ਗੱਲ ਨੂੰ ਮੰਨ ਨਾ ਸਕੇ, ਕਹਿੰਦੇ ਵੀ ਸਾਡੇ ਗੁਰੂ ਜਿਹੜੇ ਮੁਰੀਦ ਹੈ, ਅਸੀਂ ਗੁਰੂ ਦੇ ਮੁਰੀਦ ਹਾਂ, ਗੁਰੂ ਸਾਡੇ ਪੀਰ ਹੈ, ਅਸੀਂ ਪੀਰ ਦਾ ਦਰਸ਼ਨ ਕੀਤੇ ਤੋਂ ਬਿਨਾਂ ਕਿਵੇਂ ਜਾ ਸਕਦੇ? ਉਹ ਚੁੱਪ ਕਰੋ। ਅਤੇ ਮਹਾਰਾਜ ਸਾਡੇ ਪੀਰ ਹੈ, ਅਸੀਂ ਮੁਰੀਦ ਹਾਂ, ਕਿਵੇਂ ਅਸੀਂ ਇਸ ਤਰ੍ਹਾਂ ਦਰਸ਼ਨ ਕੀਤੇ ਤੋਂ ਬਿਨਾਂ ਜਾ ਸਕਦੇ ਹਾਂ? ਉਸ ਵੇਲੇ
ਸਿੱਖਾਂ ਨੇ ਬਹੁਤ ਰੋਕਿਆ ਸਮਝਾਇਆ ਹੈ। ਹਿੰਦੂ ਜਿਹੜੇ ਇਕੱਠੇ ਹੋਏ ਉਹ ਵੀ ਅਖੀਰੀ ਇਹ ਪਠਾਨ ਜਿਹੜੇ ਕਹਿੰਦੇ ਨਹੀਂ ਦਰਸ਼ਨ ਗੁਰੂ ਕਾ ਕਰਨਾ ਹੀ ਕਰਨਾ, ਕਿਹੜਾ ਸਾਨੂੰ ਰੋਕੇਗਾ। ਇਹ ਸ਼ਸਤਰ ਬਸਤਰ ਆਪਣੇ ਜਿਹੜੇ ਸਜਾਏ ਸੀ ਉਹ ਕੱਢ ਲਏ, ਇੱਧਰੋਂ ਹਿੰਦੂਆਂ ਨੇ ਕੱਢ ਲਏ, ਝਗੜਾ ਜਿਹਾ ਹੋਣ ਲੱਗ ਪਿਆ। ਇਹਨਾਂ ਨੂੰ ਜਿਹੜਾ ਹੈ ਕਹਿੰਦੇ ਆ ਇੱਥੇ ਭਾਵੇਂ ਇਤਿਹਾਸ 'ਚ ਨਹੀਂ, ਇੱਥੇ ਨਹੀਂ ਆਇਆ ਨਾਨਕ ਪ੍ਰਕਾਸ਼ 'ਚ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ 'ਚ ਲਿਖਿਆ ਕਿ ਉਸ ਵੇਲੇ 5 ਕੰਨ ਪਾਟੇ ਜੋਗੀ ਉੱਥੇ ਆ ਗਏ। ਉਹਨਾਂ ਨੇ ਕਿਹਾ ਕਿ ਤੁਹਾਡਾ ਝਗੜਾ ਕਾਹਦਾ ਹੈ, ਝਗੜਾ ਕਰਨ ਦਾ ਕਾਰਨ ਕੀ ਹੈ। ਪਠਾਨਾਂ ਨੇ ਅਤੇ ਇੱਧਰੋਂ ਸਿੱਖਾਂ ਹਿੰਦੂਆਂ ਨੇ ਮਿਲ ਕੇ ਆਪਣਾ ਜਿਹੜਾ ਪੱਖ ਦੱਸਿਆ ਵੀ ਆਹ ਗੱਲ ਹੋਈ ਇਸ ਤਰ੍ਹਾਂ। ਅਤੇ ਉਹ ਜੋਗੀ ਕਹਿਣ ਲੱਗੇ ਵੀ ਤੁਸੀਂ ਤਾਂ ਐਵੇਂ ਬਿਨਾਂ ਗੱਲੋਂ ਹੀ ਝਗੜਦੇ ਹੋ। ਗੁਰੂ ਨਾਨਕ ਸਾਹਿਬ ਜੀ ਤੇ ਹੁਣੇ 5 ਸਿੱਖਾਂ ਦੇ ਸਮੇਤ 4-5 ਕੋਹ ਦੀ ਵਿੱਥ 'ਤੇ ਜਿਹੜੇ ਸਾਨੂੰ ਮਿਲੇ ਆ ਰਸਤੇ ਵਿੱਚ, ਅਤੇ ਉਹ ਗੁਰੂ ਮਹਾਰਾਜ ਤੇ ਸਾਨੂੰ ਮਿਲੇ, ਤੁਸੀਂ ਕਾਹਨੂੰ ਝਗੜਾ ਕਰਦੇ ਹੋ। ਸਿੱਖ ਕਹਿਣ ਲੱਗੇ ਜੋਗੀ ਤੁਹਾਨੂੰ ਭਰਮ ਹੋਇਆ, ਗੁਰੂ ਮਹਾਰਾਜ ਜੀ ਦੀ ਜਿਹੜੀ ਦੇਹ ਹੈ ਉਹ ਤਾਂ ਸਾਡੇ ਸਾਹਮਣੇ ਪਈ ਹੋਈ ਕਨਾਤ ਵਿੱਚ। ਅਤੇ ਇਹ ਜੋਗੀ ਕਹਿਣ ਲੱਗੇ ਵੀ ਕਿੱਥੇ ਪਈ ਹੋਈ ਦਿਖਾਓ। ਜਦੋਂ ਕਨਾਤ ਦੇ ਵਿੱਚ ਭਾਈ ਭਗੀਰਥ ਸੁਧਾਰਨ ਹੋਣੀ ਗਏ ਅੰਦਰ, ਉਹ ਚਾਦਰਾ ਜਾ ਕੇ ਵੇਖਿਆ, ਚਾਦਰੇ ਦੇ ਚੁੱਕਿਆ ਕੁਝ ਨਹੀਂ ਹੈਗਾ, ਚੰਗੀ ਤਰ੍ਹਾਂ ਵੇਖਿਆ ਚਾਦਰਾ ਹੈ, ਸੁਗੰਧੀ ਵਾਲੇ ਸੋਹਣੇ ਫੁੱਲ ਪਏ ਹੈ, ਅਤੇ ਉਹ ਕੁਸਾ ਸੇਜਾ ਵੀ ਸੀ ਉਹੀ ਪਈ। ਉਸ ਵੇਲੇ ਸਿੱਖ ਜਿਹੜੇ ਬੜੇ ਅਚੰਭੇ ਹੋਏ, ਹੈਰਾਨ ਹੋ ਕੇ ਗਿਆ ਵੀ ਪਠਾਨਾਂ ਨੂੰ ਕਾਹਨੂੰ ਝਗੜਾ ਕਰਦੇ ਹੋ, ਹਿੰਦੂਆਂ ਨੂੰ ਗਿਆ ਕਾਹਨੂੰ ਝਗੜਾ ਕਰਦੇ ਹੋ। ਮਹਾਰਾਜ ਜੀ ਨੇ ਤਾਂ ਸਾਰੇ ਝਗੜੇ ਨਿਬੇੜ ਦਿੱਤੇ, ਆਪਣੀ ਦੇਹ ਗੁਪਤ ਕਰ ਦਿੱਤੀ ਹੈ। ਉਸ ਵੇਲੇ ਜਿਹੜੇ ਕਵੀ ਸਾਹਿਬ ਜੀ ਨੇ ਇੱਕ ਚਾਦਰਾ ਲਿਖਿਆ, 2 ਚਾਦਰੇ ਸਨ, ਕਿਉਂਕਿ ਮਹਾਰਾਜ ਜੀ ਨੇ 2 ਚਾਦਰੇ ਭਾਈ ਸੁਧਾਰਨ ਜੀ ਤੋਂ ਧੁਆਏ ਸਨ। ਇੱਕ ਚਾਦਰਾ ਕੁਸ਼ਾ 'ਤੇ ਵਿਛਾਇਆ ਸੀ ਅਤੇ ਇੱਕ ਚਾਦਰਾ ਜਿਹੜਾ ਉੱਪਰ ਮਹਾਰਾਜ ਨੇ ਲਿਆ ਹੋਇਆ ਸੀ। ਉਹ ਉਸ ਵੇਲੇ ਆਪੋ ਵਿੱਚ ਹੀ ਵਿਚਾਰ ਕਰਕੇ ਸਿੱਖਾਂ ਨੇ ਪਠਾਨਾਂ ਨੇ ਵੇਖੋ ਚਲੋ ਤੁਸੀਂ ਗੁਰੂ ਕੇ ਮੁਰੀਦ ਹੋ, ਅਸੀਂ ਸਿੱਖ ਹਾਂ, ਜੋ ਸਾਡੀ ਕਿਰਿਆ ਹੈ ਉਹ ਅਸੀਂ ਆਪਾਂ ਕਰ ਲੈਂਦੇ ਹਾਂ, ਜੋ ਤੁਹਾਡੀ ਕਿਰਿਆ ਤੁਸੀਂ ਕਰ ਲਓ। ਪਠਾਨਾਂ ਨੇ ਉਸ ਚਾਦਰੇ ਸੋਹਣੇ ਨੂੰ ਲੈ ਕੇ ਜਿਵੇਂ ਮੁਸਲਮਾਨ ਕਰਦੇ ਦਫਨਾਉਣਾ ਕਰਦੇ, ਕਬਰ ਪੁੱਟ ਕੇ ਇਵੇਂ ਦਫਨਾ ਦਿੱਤਾ। ਅਤੇ ਸਿੱਖਾਂ ਨੇ ਉਸ ਚਾਦਰੇ ਦਾ ਜਿਹੜਾ ਜਿਵੇਂ ਗੁਰੂ ਨੇ 8 ਵਿਘਿਆਂ ਵਾਲੀ ਥਾਂ ਉਸ ਕਰਤਾਰਪੁਰ ਸਾਹਿਬ ਵਾਲੀ 'ਤੇ ਜਿਹੜੇ ਚੰਦਨ ਦੀਆਂ ਲੱਕੜਾਂ ਭਾਈ ਸੁਧਾਰਨ ਪਾਸੋਂ ਸਟਾਈਆਂ ਸਨ, ਅਤੇ ਦੇਸੀ ਘਿਓ, ਚੰਦਨ ਦੀਆਂ ਲੱਕੜਾਂ, ਇਸੇ ਤਰ੍ਹਾਂ ਹੀ ਹੋਰ ਸੁਗੰਧੀਆਂ ਆਦਿਕ, ਤਿਲ ਆਦਿਕ ਜਿਹੜੇ ਸਭ ਸਮੱਗਰੀ ਮੰਗਾਈ ਹੋਈ ਸੀ, ਉਹ ਸੋਹਣੀ ਸਜਾ ਕੇ ਚਿਖਾ ਉੱਪਰ ਗੁਰੂ ਕਾ ਚਾਦਰਾ ਸੁਭਾਏਮਾਨ ਕਰਕੇ ਚੰਡਾ ਲਾ ਕੇ ਅਤੇ ਉਸ ਨੂੰ ਅਗਨ ਭੇਟ ਕਰ ਦਿੱਤਾ। ਜਿਵੇਂ ਹਿੰਦੂਆਂ ਨੇ, ਮੁਸਲਮਾਨਾਂ, ਤੁਰਕਾਂ ਨੇ ਬੜੀ ਆਪੋ ਵਿੱਚ ਖੁਸ਼ੀ ਮਨਾਈ। ਸਾਧ ਸੰਗਤ ਜਿਵੇਂ ਗੁਰੂ ਜੀ ਜਿਹੜੇ ਹੈ ਉਸ ਵੇਲੇ ਜੋਤੀ ਜੋ ਸਮਾਏ ਹੈ, ਅੱਸੂ ਵਧੀ 10ਵੀਂ ਦੇ ਜਿਹੜਾ ਦਿਨ ਸੀ, ਹਨੇਰ ਪੱਖ ਜੋ ਅੱਸੂ ਮਹੀਨੇ ਦੇ 10ਵੀਂ ਥਿੱਤ ਵਾਲੇ ਦਿਨ, ਅਤੇ ਸੱਚੇ ਪਾਤਸ਼ਾਹ ਜੀ ਐਵੇਂ ਉਸ ਵੇਲੇ ਜਦੋਂ ਸਮਾਏ ਹੈ ਉਹ 10ਵੀਂ ਵਾਲੇ ਦਿਨ 4 ਘੜੀਆਂ ਦਿਨ ਜਿਹੜਾ ਬਤੀਤ ਹੋ ਗਿਆ, ਚੜ੍ਹ ਗਿਆ ਸੀ। ਭਾਵ 7:30 ਵਜੇ ਸੂਰਜ ਦੀ ਲਾਲੀ ਜੀ ਫੁੱਟੀ ਸੀ ਉਸ ਵੇਲੇ, ਜਦੋਂ ਮਹਾਰਾਜ ਅੱਸੂ ਦੇ ਮਹੀਨੇ ਵਿੱਚ ਜੋਤੀ ਜੋ ਸਮਾਏ। ਅਤੇ ਜਿਨ੍ਹਾਂ ਗੁਰੂ ਕੀਆਂ ਸੰਗਤਾਂ ਨੇ ਜਿਵੇਂ ਹੁਣ ਸਾਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਨੂੰ ਮਿਲਦਾ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹਨਾਂ ਨੇ ਦੱਸਿਆ ਵੀ ਉੱਥੇ ਜਿੱਥੇ ਗੁਰੂ ਸਾਹਿਬ ਕਾ ਸ੍ਰੀ ਕਰਤਾਰਪੁਰ ਸਾਹਿਬ ਸਥਾਨ ਬਣਿਆ ਹੋਇਆ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਉੱਥੇ ਦੇ ਜੋ ਸਿੱਖਾਂ ਨੇ ਮਹਾਰਾਜ ਦੀ ਚਿਖਾ ਸਜਾ ਕੇ ਉੱਪਰ ਚਾਦਰਾ ਸੁਭਾਏਮਾਨ ਕਰਕੇ ਅੰਤਮ ਸੰਸਕਾਰ ਕੀਤਾ ਸੀ, ਉੱਥੇ ਗੁਰੂ ਕਾ ਦਰਬਾਰ ਬਣਿਆ ਹੈ। ਅਤੇ ਜਿੱਥੇ ਮੁਸਲਮਾਨਾਂ ਨੇ ਚਾਦਰਾ ਦਫਨਾਇਆ ਸੀ ਕਬਰ ਵਿੱਚ, ਉਹ ਸਮਾਧ ਬਣੀ ਹੋਈ ਹੈ। ਇਵੇਂ ਦਰਬਾਰ ਦੇ ਅੰਦਰ ਪ੍ਰਵੇਸ਼ ਕਰਦਿਆਂ ਜਿਹੜੀ ਹੈ ਉਹ ਸਮਾਧ ਸੁਭਾਏਮਾਨ ਹੈ।
ਜਦੋਂ ਦਰਬਾਰ ਦੇ ਅੰਦਰ ਪ੍ਰਵੇਸ਼ ਕਰੀਦਾ ਪਹਿਲਾਂ ਸਮਾਧੀ ਆਉਂਦੀ ਹੈ, ਜਿਹੜੀ ਮੁਸਲਮਾਨਾਂ ਨੇ ਜਿੱਥੇ ਮਹਾਰਾਜ ਦਾ ਬਸਤਰ ਚਾਦਰਾ ਦਫਨਾਇਆ ਸੀ, ਕਬਰ ਵਾਲਾ ਸਥਾਨ, ਅਤੇ ਅੰਦਰ ਜਿਹੜਾ ਜਿੱਥੇ ਪ੍ਰਕਾਸ਼ ਕੀਤਾ ਹੈ ਉੱਥੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਹੈ ਸਥਾਨ ਹੈ, ਜਿੱਥੇ ਸਿੱਖਾਂ ਨੇ ਅੰਗੀਠਾ ਸਾਹਿਬ ਬਣਾਇਆ ਸੀ। ਉਹ ਕਹਿੰਦੇ ਉਸ ਵੇਲੇ ਜਿਹੜਾ ਬਣਾ ਦਿੱਤਾ, ਕੁਝ ਸਮੇਂ ਬਾਅਦ ਜਿਹੜਾ ਮਹਾਰਾਜ ਦੀ ਐਸੀ ਦੇਵਨੈਤ ਵਰਤੀ ਕਿ ਰਾਵੀ ਦਾ ਪਾਣੀ ਬੜਾ ਚੜ੍ਹ ਗਿਆ, ਅਤੇ ਦੋਵੇਂ ਜਿਹੜੇ ਹੈ ਜੋ ਸਿੱਖਾਂ ਨੇ ਬਣਾਇਆ ਸੀ ਅੰਗੀਠਾ ਸਾਹਿਬ ਅਤੇ ਮੁਸਲਮਾਨਾਂ ਨੇ ਕਬਰ, ਦੋਵੇਂ ਰੁੜ ਗਏ ਸਨ। ਫਿਰ ਕੁਝ ਸਮੇਂ ਬਾਅਦ ਭਾਈ ਸੁੱਧ ਸਿੰਘ ਗੁਰੂ ਘਰ ਦੇ ਪ੍ਰੇਮੀ, ਉਹਨਾਂ ਨੇ ਦੁਬਾਰਾ ਉਹ ਸਮਾਧ ਬਣਾਈ ਹੈ ਸ੍ਰੀ ਕਰਤਾਰਪੁਰ ਸਾਹਿਬ ਵਾਲੀ। ਫਿਰ ਗੁਰੂ ਜੀ ਕੇ ਜੋ ਪੜਪੋਤਰੇ ਸਨ ਧਰਮ ਚੰਦ, ਮੇਹਰ ਚੰਦ, ਉਹਨਾਂ ਨੇ ਗੁਰੂ ਜੀ ਕੇ ਉੱਥੇ ਕਰਤਾਰਪੁਰ ਸਾਹਿਬ ਵਾਲੇ ਸਥਾਨ ਤੋਂ ਕੁਝ ਵਿਭੂਤੀ ਲਿਆ ਕੇ ਅਤੇ ਰਾਵੀ ਤੋਂ ਪਾਰਲੇ ਕਿਨਾਰੇ ਇੱਧਰਲੇ ਪਾਸੇ ਜੋ ਆਪਣੇ ਪਾਸੇ ਅੱਜ ਕੱਲ੍ਹ ਆ ਗਿਆ ਹੈ, ਅਤੇ ਉੱਥੇ ਉਹ ਸਥਾਨ ਕਾਇਮ ਕੀਤਾ ਜਿੱਥੇ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਕਿਹਾ ਜਾਂਦਾ ਹੈ। ਅਤੇ ਡੇਰਾ ਬਾਬਾ ਨਾਨਕ ਜਿੱਥੇ ਮਹਾਰਾਜ ਦਾ ਚੋਲਾ ਸਾਹਿਬ ਵੀ ਸੁਭਾਏਮਾਨ ਹੈ, ਉਹ ਸਥਾਨ ਜਿਹੜਾ ਹੈ ਬਾਬਾ ਸ਼੍ਰੀ ਚੰਦ ਹੋਣਾ ਦੇ ਜਿਹੜੇ ਨਾਲ ਲਖਮੀ ਚੰਦ ਹੋਣਾ ਦੇ ਸਪੁੱਤਰ ਧਰਮ ਚੰਦ ਹੋਣਾ ਨੇ ਕਾਇਮ ਕੀਤਾ ਸੀ, ਜਿਸ ਦੀ ਅੱਜ ਬਹੁਤ ਮਾਨਤਾ ਹੈ। ਸੋਹਣਾ ਸਥਾਨ ਬਣਿਆ ਹੋਇਆ ਹੈ। ਕਰਤਾਰਪੁਰ ਸਾਹਿਬ ਵਾਲਾ ਵੀ ਸੋਹਣਾ ਸਥਾਨ ਜਿਹੜਾ ਬਣਿਆ ਹੋਇਆ ਹੈ। ਗੁਰੂ ਕੇ ਸੰਗਤਾਂ ਉੱਥੇ ਦਰਸ਼ਨ ਕਰਦੀਆਂ। ਇਵੇਂ ਗੁਰੂ ਮਹਾਰਾਜ ਜੀ ਕੱਤਕ ਸੁਦੀ ਪੂਰਨਮਾਸ਼ੀ ਵਾਲੇ ਦਿਨ ਅਨੁਰਾਧਾ ਨਛੱਤਰ ਸੀ, ਅਤੇ ਅੱਧੀ ਰਾਤ ਨੂੰ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਰਾਏ ਭੋਏ ਦੀ ਤਲਵੰਡੀ ਵਿਖੇ ਕੱਤਕ ਸੁਦੀ ਪੂਰਨਮਾਸ਼ੀ 1526 ਬਿਕਰਮੀ ਸੰਮਤ 1469 ਈਸਵੀ ਨੂੰ ਪ੍ਰਕਾਸ਼ ਹੋਇਆ ਸੀ ਗੁਰੂ ਮਹਾਰਾਜ ਜੀ ਦਾ, ਜੋ ਕੱਲ੍ਹ ਪਰਸੋਂ ਹੀ ਆ ਰਿਹਾ ਹੈ। ਅਤੇ ਮਹਾਰਾਜ ਜੀ ਜੋ ਜੋਤੀ ਜੋਤ ਸਮਾਏ 1596 ਬਿਕਰਮੀ ਸੰਮਤ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਏ। ਸਾਰੀ ਉਮਰ ਅਵਸਥਾ 69 ਸਾਲ 10 ਮਹੀਨੇ 10 ਦਿਨ ਬਤੀਤ ਕੀਤੀ। ਬੇਅੰਤ ਗੁਰੂ ਮਹਾਰਾਜ ਨੇ ਪ੍ਰਚਾਰ ਕੀਤਾ। ਉਹ ਕਵੀ ਸਾਹਿਬ ਜੀ ਨੇ ਬੜਾ ਵਿਸਥਾਰ ਨਾਲ ਇਸ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਜੋ ਅਨੇਕਾਂ ਗ੍ਰੰਥਾਂ ਦੇ ਉਤਾਰੇ ਕਰ ਕਰਕੇ ਜੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਉਹ ਲੱਥਾ ਭਾਈ ਮਣੀ ਸਿੰਘ ਜੀ ਨੇ ਕੀਤਾ ਹੈ, ਉਸ ਦੇ ਵਿੱਚੋਂ ਲੈ ਕੇ ਭਾਈ ਬਾਲੇ ਵਾਲੀ ਪੁਰਾਤਨ ਜਨਮ ਸਾਖੀ ਵਿੱਚੋਂ ਲੈ ਕੇ ਹੋਰ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ ਉਹਨਾਂ ਵਿੱਚੋਂ ਕਥਾ ਲੈ ਕੇ ਇਤਿਆਦਿਕ ਬੇਅੰਤ ਗ੍ਰੰਥ ਲੈ ਕੇ ਮਹਿਮਾ ਪ੍ਰਕਾਸ਼ ਆਦਿਕ ਸਾਰਿਆਂ ਵਿੱਚੋਂ ਹੀ ਸਾਰ ਅੰਸ਼ ਕੱਢ ਕੇ ਸਹੀ ਰੂਪ ਵਿੱਚ ਭਾਈ ਸੰਤੋਖ ਸਿੰਘ ਨੇ ਇਤਿਹਾਸ ਲਿਖਿਆ। ਇੰਨੇ ਵਿਸਥਾਰ ਨਾਲ ਲਿਖ ਕੇ ਅਖੀਰੀ ਫਿਰ ਲਿਖਦੇ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸਾਧ ਸੰਗਤ ਜੀ ਪੂਰੀ ਨਹੀਂ ਲਿਖ ਸਕਿਆ ਹਾਂ, ਕਿਉਂਕਿ ਮੇਰੀ ਮੱਤ ਥੋੜ੍ਹੀ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਸੱਚਾ ਪਾਤਸ਼ਾਹ ਤੂੰ ਬਹੁਤ ਵੱਡਾ ਹੈ, ਸਾਡੀ ਜੀਵਾਂ ਦੀ ਮੱਤ ਥੋੜ੍ਹੀ ਹੈ, ਤੁਹਾਡੀ ਕਥਾ ਲਿਖੀ ਨਹੀਂ ਜਾ ਸਕਦੀ। ਕਿਉਂਕਿ ਕਵੀ ਜੀ ਨੇ ਯਥਾਰਥ ਹੀ ਕਿਹਾ ਹੈ, ਗੁਰੂ ਮਹਾਰਾਜ ਜਦੋਂ 2-2 ਲੱਖ ਯੋਜਨ ਦੇ ਸਮੁੰਦਰ ਪਾਰ ਕਰਦੇ ਰਹੇ ਹੈ, ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਰਹੇ, ਬਚਨ ਕਰਦੇ ਰਹੇ ਹੈ, ਉਹ ਹੁਣ ਸਾਰੇ ਤੇ ਨਹੀਂ ਨਾ ਲਿਖੇ ਜਾ ਸਕਦੇ। ਜਦੋਂ ਗੁਰੂ ਮਹਾਰਾਜ ਪਤਾਲਾਂ ਵਿੱਚ ਆਕਾਸ਼ਾਂ ਵਿੱਚ ਧਰੂ ਭਗਤ ਹੋਣਾ ਨਾਲ ਕਿੰਨਾ ਸਮਾਂ ਬਤੀਤ ਕੀਤਾ, ਸਿੱਧਾ ਨਾਥਾ ਨਾਲ ਕਿੰਨੀ ਵਿਚਾਰ ਹੋਈ ਹੋਵੇਗੀ ਗੁਰੂ ਮਹਾਰਾਜ ਦੀ, ਉਹ ਸਾਰੀ ਨਹੀਂ ਲਿਖੀ ਜਾ ਸਕਦੀ। ਜਿਵੇਂ ਆਪਾਂ ਇੱਕ ਦੁਨਿਆਵੀ ਜੀਵ ਹਾਂ ਅਤੇ ਸਾਡੀ 25 ਸਾਲ ਉਮਰ ਹੋ ਜੇ ਅਤੇ 25 ਸਾਲ ਵਿੱਚ ਇੱਕ ਦਿਨ ਬਤੀਤ ਕੀਤਾ ਹੁੰਦਾ, ਅਤੇ ਉਹ 25 ਸਾਲ ਦੀ ਗੱਲ ਆਪਾਂ 5 ਮਿੰਟਾਂ 'ਚ ਖਤਮ ਕਰ ਦਿੰਦੇ ਹਾਂ। ਇਵੇਂ ਕਵੀ ਸਾਹਿਬ ਜੀ ਨੇ ਗੁਰੂ ਮਹਾਰਾਜ ਦੇ ਸਿੱਖਾਂ ਦੇ ਸੋਹਣੇ ਇਤਿਹਾਸ ਦਾ ਸਹਾਰਾ ਲੈ ਕੇ ਸੋਹਣਾ ਇਤਿਹਾਸ ਲਿਖਿਆ ਹੈ, ਜੋ ਬੜਾ ਵਿਸਥਾਰ ਨਾਲ ਲਿਖਿਆ ਹੈ, ਜੋ ਕਥਾ ਸਾਰੇ ਮੰਦੇ ਵਿਕਾਰਾਂ ਨੂੰ ਨਾਸ ਕਰਨ ਵਾਲੀ ਵੈਰਾਗਮਈ ਕਥਾ ਮਹਾਰਾਜ ਜੀ ਦੀ ਭਾਵ ਭਗਤੀ ਦੇ ਗੁਣਾਂ ਨੂੰ ਬਖਸ਼ਣ ਵਾਲੀ ਕਥਾ ਹੈ।
ਇਸੇ ਤਰ੍ਹਾਂ ਤਵਾਰੀਖ 'ਚ ਇਹ ਵੀ ਲਿਖਿਆ ਹੁੰਦਾ ਹੈ ਕਿ ਗੁਰੂ ਮਹਾਰਾਜ ਜੀ ਜਦੋਂ ਜੋਤੀ ਜੋ ਸਮਾਉਣਾ ਲੱਗੇ ਸਨ ਅਤੇ ਮਹਾਰਾਜ ਜੀ ਨੇ ਭਾਈ ਸੁਧਾਰ ਨੂੰ ਇੱਕ ਦਿਨ ਕਿਹਾ ਕਿ ਭਾਈ ਸੁਧਾਰਨ, ਜਿਸ ਦਿਨ ਤੇਰੇ ਪਿਤਾ ਜੀ ਜਿਸ ਥਿੱਤ 'ਤੇ ਸਰੀਰ ਛੱਡ ਕੇ ਗਏ ਹੈ, ਉਸੇ ਦਿਨ ਅਸਾਂ ਨੇ ਜੋਤੀ ਜੋ ਸਮਾ ਜਾਣਾ, ਸੱਚਖੰਡ ਪਿਆਨਾ ਕਰ ਦੇਣਾ। ਇਹ ਬਚਨ ਸੁਣ ਕੇ ਭਾਈ ਸੁਧਾਰ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਦਿੱਤਾ। ਫਿਰ ਕਹਿੰਦੇ ਉੱਥੋਂ ਸਾਰੇ ਸਿੱਖਾਂ ਵਿੱਚ ਇਹ ਬਚਨ ਫੈਲ ਗਿਆ। ਜਿਹੜਾ ਬਚਨ ਦਾ ਪ੍ਰਭਾਵ ਪੈ ਗਿਆ, ਸਿੱਖ ਸੰਗਤ ਕਰਤਾਰਪੁਰ ਸਾਹਿਬ ਇਕੱਠੀ ਹੋਈ। ਭਾਈ ਬਾਲਾ ਜੀ ਨੂੰ ਪਤਾ ਲੱਗਾ। ਭਾਈ ਬਾਲਾ ਜੀ ਦਾ ਆਉਣਾ ਲਿਖਿਆ ਹੈ ਉਸ ਵੇਲੇ, ਕਿਉਂਕਿ ਭਾਈ ਬਾਲਾ ਜੀ ਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੋਤੀ ਜੋ ਸਮਾਏ, ਜੋ ਗੁਰੂ ਕੇ ਇੰਨੇ ਪਿਆਰੇ ਸਿੱਖ ਹੋਣ। ਸਾਰੀ ਉਮਰ ਆਪਣੀ ਬਤੀਤ ਕੀਤੀ ਹੈ ਭਾਈ ਬਾਲਾ ਜੀ ਨੇ 78-80 ਸਾਲ, ਅਤੇ ਉਹ ਗੁਰੂ ਮਹਾਰਾਜ ਜੀ ਦੇ ਜੋਤੀ ਜੋ ਸਮਾਉਣ ਸਮੇਂ ਨਾ ਆਉਣੇ ਹੋ ਨਹੀਂ ਸਕਦਾ। ਉਹ ਤਵਾਰੀਖ ਵਿੱਚ ਲਿਖਿਆ ਕਿ ਭਾਈ ਬਾਲਾ ਜੀ ਵੀ ਉਸ ਵੇਲੇ ਆਏ, ਅਤੇ ਜਦੋਂ ਆਏ ਗੁਰੂ ਮਹਾਰਾਜ ਜਦੋਂ ਪਹਿਲਾਂ ਸਮਾਏ ਜੋਤੀ ਜੋ 2 ਘੜੀਆਂ ਦਰਸ਼ਨ ਦੇਣ ਤੋਂ ਪਹਿਲਾਂ, ਭਾਈ ਬਾਲਾ ਜੀ ਜਦੋਂ ਉੱਥੇ ਪਹੁੰਚੇ, ਕਹਿੰਦੇ ਉਸ ਵੇਲੇ ਸਤਿਗੁਰੂ ਜੀ ਨੇ ਜੋਤੀ ਜੋ ਸਮਾਇਆ ਦੇ ਕੇ ਬਹੁਤ ਵਿਰਾਗ ਕੀਤਾ। ਭਾਈ ਬਾਲਾ ਜੀ ਨੇ ਇੰਨਾ ਵਿਰਾਗ ਕੀਤਾ, ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੱਚਾ ਪਾਤਸ਼ਾਹ, ਜਿਸ ਧਰਤੀ 'ਤੇ ਤੁਸਾਂ ਨੇ ਨਹੀਂ ਰਹਿਣਾ, ਜਿਸ ਸੰਸਾਰ 'ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਦਿਸ ਰਹੇ, ਮੈਂ ਉਸ ਸੰਸਾਰ 'ਤੇ ਰਹਿਣਾ ਹੀ ਨਹੀਂ ਚਾਹੁੰਦਾ। ਮੈਂ ਵੀ ਇਸ ਸੰਸਾਰ 'ਤੇ ਰਹਿਣਾ ਨਹੀਂ ਚਾਹੁੰਦਾ। ਸੱਚਾ ਪਾਤਸ਼ਾਹ, ਸਾਰੀ ਉਮਰ ਤੁਸਾਂ ਨੇ ਸਾਨੂੰ ਆਪਣੇ ਨਾਲ ਰੱਖਿਆ, ਅਤੇ ਹੁਣ ਆਪ ਜੀ ਇਕੱਲੇ ਚਲੇ ਗਏ। ਤੁਸੀਂ ਦੇ ਬਚਨ ਕੀਤਾ ਸੀ ਕਿ ਬਾਲਿਆ, ਮੈਂ ਤੇਥੋਂ ਓਹਲੇ ਨਾ ਹੋਸਾਂ। ਇਹ ਪੁਰਾਤਨ ਜਨਮ ਸਾਖੀ ਦੇ ਬਚਨ ਆਉਂਦੇ ਕਿ ਮਹਾਰਾਜ ਤੁਸੀਂ ਉਸ ਆਪਣੇ ਬਚਨ ਦਾ ਸਿਮਰਨ ਕਰੋ ਜੋ ਕਿਹਾ ਸੀ, ਬਾਲਿਆ ਮੈਂ ਤੇਥੋਂ ਓਹਲੇ ਨਾ ਹੋਸਾਂ। ਅੱਜ ਮਹਾਰਾਜ ਤੁਸੀਂ ਪਹਿਲਾਂ ਹੀ ਚਲੇ ਗਏ ਹੋ ਛੱਡ ਕੇ। ਗੁਰੂ ਮਹਾਰਾਜ ਕੀ ਤੁਸਾਂ ਨੇ ਸਾਨੂੰ ਕਿਉਂ ਨਹੀਂ ਨਾਲ ਖੜਿਆ। ਭਾਈ ਬਾਲਾ ਜੀ ਜਦੋਂ ਵਿਰਾਗ ਕਰਦੇ ਰਹੇ, ਕਹਿੰਦੇ ਉਸ ਵੇਲੇ ਗੁਰੂ ਮਹਾਰਾਜ ਸੁਭਾਏਮਾਨ ਉੱਠ ਕੇ ਬੈਠ ਗਏ। ਮਾਤਾ ਜੀ ਨੇ ਬੇਨਤੀਆਂ ਕੀਤੀਆਂ ਸਨ, ਪੁੱਤਰਾਂ ਨੇ ਬੇਨਤੀਆਂ ਕੀਤੀਆਂ। ਜਦੋਂ ਭਾਈ ਬਾਲਾ ਜੀ ਨੇ ਵਿਰਾਗ ਕੀਤਾ, ਉਸ ਵੇਲੇ ਮਹਾਰਾਜ ਉੱਠ ਕੇ ਬੈਠ ਗਏ। ਕਹਿਣ ਲੱਗੇ, ਬਾਲਿਆ ਅਸੀਂ ਤੇਰੇ ਤੋਂ ਦੂਰ ਕਿੱਥੇ ਹਾਂ, ਅਸੀਂ ਸਦਾ ਹੀ ਤੇਰੇ ਨਾਲ ਹਾਂ, ਅਸੀਂ ਤੇਰੇ ਤੋਂ ਵੱਖ ਹੀ ਨਹੀਂ ਹੈ, ਤੂੰ ਸਾਡੇ ਨਾਲ ਹੈ ਹਮੇਸ਼ਾ। ਹੁਣ ਜੋ ਸਾਡੀ ਜੋਤ ਹੈ ਉਹ ਅਸਾਂ ਗੁਰੂ ਅੰਗਦ ਦੇਵ ਜੀ ਕਰਕੇ ਪ੍ਰਵੇਸ਼ ਕਰ ਦਿੱਤੀ ਹੈ। ਸਾਡਾ ਹੁਣ ਸਰੂਪ ਗੁਰੂ ਅੰਗਦ ਦੇਵ ਜੀ ਹੈ, ਖਡੂਰ ਸਾਹਿਬ ਹਨ ਉਹ। ਤੁਸੀਂ ਹੁਣ ਖਡੂਰ ਸਾਹਿਬ ਉੱਥੇ ਚਲੇ ਜਾਣਾ ਹੈ ਅਤੇ ਜਗਤ ਦੇ ਸੁਧਾਰ ਲਈ ਕਾਰਜ ਕਰਨਾ। ਉਹ ਕਾਰਜ ਕਰਕੇ ਫਿਰ ਤੁਸੀਂ ਸਾਡੇ ਕੋਲ ਪਾਸ ਆ ਜਾਣਾ। ਅਤੇ ਇਹ ਫਿਰ ਭਾਈ ਬਾਲਾ ਜੀ ਨੇ ਜਗਤ ਸੁਧਾਰ ਦਾ ਕਾਰਜ ਕੀਤਾ। ਭਾਈ ਬਾਲੇ ਵਾਲੀ ਜਨਮ ਸਾਖੀ ਲਿਖੀ ਹੈ ਗੁਰੂ ਅੰਗਦ ਦੇਵ ਮਹਾਰਾਜ ਪਾਸ ਜਾ ਕੇ। ਸੋਹਣਾ ਇਤਿਹਾਸ ਸਰਵਣ ਕਰਾਇਆ, ਜਿਹਦੀ ਬਦੌਲਤ ਆਪਾਂ ਨੇ ਵੀ ਸਰਵਣ ਕੀਤਾ। ਸਾਰੀ ਸੰਗਤ ਹੀ ਸੱਚਖੰਡ ਸਥਾਨ 'ਤੇ ਗੁਰੂ ਦੇ ਤਖਤਾਂ ਵਿੱਚ ਇਹ ਕਥਾ ਚੱਲਦੀ ਹੈ, ਇਤਿਹਾਸਿਕ ਸਥਾਨਾਂ ਦੀ ਕਥਾ ਚੱਲਦੀ ਹੈ, ਜਿਹਨੂੰ ਸੁਣ ਕੇ ਗੁਰੂ ਕੀ ਸੰਗਤ ਬੇਅੰਤ ਲਾਹੇ ਲੈ ਰਹੀ ਹੈ, ਆਪਣਾ ਜਨਮ ਸਫਲਾ ਕਰ ਰਹੀ ਹੈ। ਮਹਾਰਾਜ ਨੇ ਚੰਗੇ ਭਾਗਾਂ ਨਾਲ ਹੀ ਆਪਣੇ ਕੋਲ ਸਤਿਗੁਰੂ ਜੀ ਨੇ ਆਪਣੇ ਪਿੰਡ ਨਗਰ ਦੀ ਸੰਗਤ ਤੋਂ ਵੀ ਸੇਵਾ ਲਈ ਹੈ, ਸਾਧ ਸੰਗਤ ਜੀ। ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਨੇ ਵੀ ਇਹੀ ਬਚਨ ਕਿਹਾ ਸੀ, ਮਹਾਰਾਜ ਕਿਰਪਾ ਕਰੋ, ਮੈਂ ਵੀ ਨਹੀਂ ਇਸ ਸੰਸਾਰ 'ਤੇ ਰਹਿਣਾ ਚਾਹੁੰਦੀ, ਮੈਂ ਵੀ ਆਪ ਜੀ ਦੇ ਨਾਲ ਹੀ ਚੱਲਣਾ ਚਾਹੁੰਦੀ ਹਾਂ। ਗੁਰੂ ਮਹਾਰਾਜ ਨੇ ਕਿਹਾ ਕਿ ਦੇਖ ਸੁਲੱਖਣੀ ਸੁਪਤਨੀ, ਤੁਸਾਂ ਨੇ ਜੇ ਚਲੋ ਪੁੱਤਰਾਂ ਪਾਸ ਰਹਿਣਾ ਹੈ ਅਤੇ ਪੋਤਰੇ ਨੂੰ ਖਿਡਾ ਕੇ ਅਤੇ ਫਿਰ ਸਾਡੇ ਪਾਸ ਆ ਜਾਣਾ ਹੈ। ਪੋਤਰੇ ਨੂੰ ਖਿਡਾਉਣ ਦੀ ਆਗਿਆ ਦਿੱਤੀ ਮਹਾਰਾਜ ਜੀ ਨੇ। ਇਵੇਂ ਸਤਿਗੁਰੂ ਜੀ ਜਿਹੜੇ ਹੈ ਅੱਸੂ ਵਧੀ ਦਸਵੀਂ 'ਤੇ 4 ਘੜੀਆਂ ਦਿਨ ਚੜ੍ਹੇ 'ਤੇ ਜੋਤੀ ਜੋ ਸਮਾ ਗਏ, ਅਤੇ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਮਹਾਰਾਜ ਦੇ ਸੰਬੰਧ ਵਿੱਚ, ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਕਿ ਹੇ ਮਹਾਰਾਜ ਤਾਰੇ ਗਿਣੇ ਜਾ ਸਕਦੇ ਸ਼ਕਤੀ ਸਿੱਧੀ ਨਾਲ ਕਿਸੇ ਤਾਕਤ ਵਾਲੇ ਪੁਰਸ਼ ਕੋਲ, ਪਰ ਜੋ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਜੋ ਆਪ ਜੀ ਨੇ ਤਾਰੇ ਹੈ ਉਹ ਨਹੀਂ ਗਿਣੇ ਜਾ ਸਕਦੇ। ਆਪ ਜੀ ਨੇ ਬੇਅੰਤੀ ਤਾਰੇ ਹੈ, ਜਿੱਥੇ ਬਾਬਾ ਪੈਰ ਧਰੇ
ਪੂਜਾ ਆਸਣ ਥਾਪਣ ਸੋਆ। ਨੌ ਖੰਡ ਪ੍ਰਿਥਵੀ ਸੱਚਾ ਢੋਆ, ਬਾਬੇ ਤਾਰੇ ਚਾਰ ਚੱਕ। ਮਹਾਰਾਜ ਜੀ ਨੇ ਚਾਰ ਚੱਕ ਤਾਰੇ ਹੈ। ਨੌ ਖੰਡ ਪ੍ਰਿਥਵੀ ਆਕਾਸ ਪਤਾਲ ਸਭ ਤੇ ਸੱਚੇ ਪਾਤਸ਼ਾਹ ਜੀ ਸਤਿਨਾਮ ਦਾ ਚੱਕਰ ਫਿਰਾਇਆ। ਐਸੇ ਸਤਿਗੁਰੂ ਜੀ ਜੋਤੀ ਜੋਤ ਮਹਾਰਾਜ ਸਮਾ ਗਏ। ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਿਆ ਸੀ। ਹੁਣ ਕਵੀ ਜੀ ਨੇ ਜਿਵੇਂ ਇਹ ਗ੍ਰੰਥ ਕਿੱਥੇ ਸਮਾਪਤ ਕੀਤਾ, ਜੋ ਬੂੜੀਆ ਨਗਰ ਅੰਬਾਲੇ ਜ਼ਿਲ੍ਹੇ ਵਿੱਚ ਗਾਦਰੀ ਦੇ 5 ਮੀਲ ਵਿਥਤੇ ਹੈ, ਉੱਥੇ ਗ੍ਰੰਥ ਸਮਾਪਤ ਕੀਤਾ ਸੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਉੱਥੇ ਹੀ ਇਹ ਜਿਹੜਾ ਆਰੰਭ ਕੀਤਾ ਸੀ। ਹੁਣ ਉਹ ਦੱਸ ਰਹੇ ਹੈ ਵੀ ਕਿੱਥੇ ਸਮਾਪਤ ਕੀਤਾ ਗ੍ਰੰਥ। ਫਿਰ ਗ੍ਰੰਥ ਵਿੱਚ ਕਿਸ ਕਿਸ ਸਾਧਨ ਦਾ ਕਥਨ ਕੀਤਾ ਹੈ, ਕਿੰਨਾ ਗੁਣਾਂ ਦਾ ਕਥਨ ਕੀਤਾ ਹੈ, ਮੁਕਤੀ ਦੇ ਸਾਧਨ ਕਿਹੜੇ ਹੈ, ਉਹ ਕਵੀ ਸਾਹਿਬ ਜੀ ਨੇ ਗ੍ਰੰਥ ਦਾ ਮਹਾਤਮ ਜਿਵੇਂ ਲਿਖਿਆ ਹੈ, ਉਹ ਵੀ ਆਪਾਂ ਨਾਲ ਲੱਗਦਾ ਜਿਹੜਾ ਸਰਵਣ ਕਰੀਏ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜੋਗ ਵਿਰਾਗ ਭਗਤ ਪੁਨ ਗਿਆਨਾ। ਜੋ ਗ੍ਰੰਥ ਵਿੱਚ ਕਵੀ ਜੀ ਨੇ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਕਥਨ ਕੀਤਾ ਹੈ, ਉਹਦਾ ਹੁਣ ਦੱਸ ਰਹੇ ਹੈ ਕਿ ਜੋ ਯੋਗ ਹੈ, ਇੱਕ ਹੁੰਦਾ ਹਠ ਯੋਗ, ਜੋ ਸਿੱਧਾਨਾਥਾਂ ਦੀ ਕਥਾ ਵਿੱਚ ਆਇਆ ਹੈ, ਜਿਹੜਾ ਕਿ ਯਮ ਨੇਮ ਪ੍ਰਾਣਾਯਾਮ ਪ੍ਰਤਿਆਹਾਰ ਸਮਾਧੀ ਧਾਰਨਾ, ਇਹ ਜੋ ਗੁਰੂ ਜੀ ਦੀ ਸਿੱਧਨਾਥਾਂ ਨਾਲ ਜਦੋਂ ਬਚਨ ਹੋਏ ਤੇ ਯੋਗ ਬਾਰੇ, ਜੋ ਸਰੀਰ ਦੀ ਸਾਰੀ ਅੰਦਰਲੀ ਕਿਰਿਆ ਬਾਰੇ ਜਿਹਦੇ ਵਿੱਚ ਆਇਆ, ਇਹ ਯੋਗ ਆ। ਇੱਕ ਹਠ ਯੋਗ, ਫਿਰ ਇੱਕ ਹੁੰਦਾ ਹੈ ਗੁਰਮਤਿ ਯੋਗ, ਭਗਤੀ ਯੋਗ, ਸਹਿਜ ਯੋਗ। ਕਿ ਹਠ ਯੋਗ ਜਿਹੜੀ ਆ ਪੂਰਕ ਕੁੰਭਕ ਰੇਚਕ ਕਰਨਾ, ਨੇਤੀ ਧੋਤੀ ਬਸਤਰ ਆਦਿ ਕਿਰਿਆ ਕਰਨੀ, ਸਵਾਸ ਚੜ੍ਹਾਉਣੇ, ਦਸਮ ਦਵਾਰ 'ਚ ਟਿਕਾਉਣੇ, ਫਿਰ ਲਾਉਣੇ, ਓਮ ਓਮ ਦਾ ਜਾਪ ਕਰਕੇ। ਇਸੇ ਤਰ੍ਹਾਂ ਨਿਰਵਿਕਲਪ ਸਮਾਧੀ ਯਮ ਜਿਹੜਾ ਉਹ 10 ਪ੍ਰਕਾਰ ਦਾ 15 ਦਾ ਨਿਯਮ ਹੈ। ਇਸੇ ਤਰ੍ਹਾਂ ਹੀ ਇਹ ਜੋ ਸਾਰਾ ਹਠ ਯੋਗ ਹੈ। ਇੱਕ ਭਗਤੀ ਯੋਗ ਹੈ, ਜੋ ਗੁਰੂ ਕੀ ਸੰਗਤ ਵਿੱਚ ਬੈਠਣਾ ਆਦਿਕ, ਉਹ ਦੱਸਿਆ ਹੈ। ਫਿਰ ਸਹਿਜ ਯੋਗ, ਜਿਹੜਾ ਗਿਆਨਵਾਨ ਹੋ ਕੇ ਤੇ ਫਿਰ ਵੀ ਆਪਣੀ ਕਿਰਿਆ ਵਿੱਚ ਜੁੜੇ ਰਹਿਣਾ ਗੁਰਮਤਿ ਅਨੁਸਾਰ, ਇਹ ਗੁਰਮਤਿ ਯੋਗ, ਗੁਰੂ ਦੀ ਮੱਤ ਦੇ ਨਾਲ ਜੁੜੇ ਰਹਿਣਾ। ਇਵੇਂ ਸਹਿਜ ਯੋਗ। ਫਿਰ ਵੈਰਾਗ ਦਾ ਕਥਨ ਕੀਤਾ ਹੈ। ਤਰਤੀਬਰ ਵੈਰਾਗ, ਤਰਤਮ ਤਰਤੀਬਰ ਵੈਰਾਗ ਸਭ ਤੋਂ ਉੱਤਮ ਵੈਰਾਗ ਹੈ ਜੋ। ਫਿਰ ਖੋਤਾ ਵੈਰਾਗ, ਗਦਾ ਵੈਰਾਗ ਜਿਹੜਾ ਹੈ, ਘੋੜਾ ਵੈਰਾਗ, ਸ਼ੇਰ ਵੈਰਾਗ ਦਾ ਇਤਿਆਦਿਕ ਜਿੰਨੇ ਵੀ ਵਿਰਾਗ ਬਾਰੇ ਉਹ ਵਿਰਾਗ ਦਾ ਕਥਨ ਕੀਤਾ। ਵਿਰਾਗਮਈ ਪ੍ਰਸੰਗ ਵੀ ਵਿੱਚ ਆਏ, ਬੇਅੰਤ ਸਾਰੀ ਕਥਾ ਹੀ ਵਿਰਾਗ ਦੀ ਅਸਲ ਰੂਪ ਵਿੱਚ। ਤੇ ਫਿਰ ਭਗਤੀ ਜਿਹੜੀ ਹੈ, ਭਗਤ ਨਵੇਂ ਪ੍ਰਕਾਰਾ ਗੁਰਬਾਣੀ ਵਿੱਚ ਆਉਂਦੀ ਹੈ। 9 ਪ੍ਰਕਾਰ ਦੀ ਭਗਤੀ ਦਾ ਕਥਨ ਕੀਤਾ ਹੈ ਕਵੀ ਜੀ ਨੇ ਇਸ ਗ੍ਰੰਥ ਵਿੱਚ, ਪਿਛੇ ਪ੍ਰਸੰਗ 'ਚ ਆਇਆ ਹੀ ਹੈ। ਫਿਰ ਜੋ ਨਾਰਦ ਮੁਨੀ ਜੀ ਨੇ ਪੰਚਰਾਤਰੀ ਸ਼ਾਸਤਰ ਵਿੱਚ 11 ਪ੍ਰਕਾਰ ਦੀ ਭਗਤੀ ਕਥਨ ਕੀਤੀ ਹੈ, ਜਿਹੜੀ ਸਭ ਤੋਂ ਉੱਤਮ ਪਰਾ ਭਗਤੀ ਹੈ। ਉਹ ਪੰਚਰਾਤਰੀ ਸ਼ਾਸਤਰ ਦੇ ਵਿੱਚੋਂ 11 ਪ੍ਰਕਾਰ ਦੀ ਭਗਤੀ ਦਾ ਵੀ ਕਵੀ ਜੀ ਨੇ ਕਥਨ ਕੀਤਾ ਹੈ। ਫਿਰ ਭਗਤੀ ਜੋ ਜਿਹੜੀ ਗੁਰੂ ਮਹਾਰਾਜ 9 ਪ੍ਰਕਾਰ ਦੀ ਭਗਤੀ, 11 ਪ੍ਰਕਾਰ ਦੀ ਭਗਤੀ, ਸੇਵਾ ਭਗਤੀ, ਸਿਮਰਨ ਭਗਤੀ, ਨਾਮ ਦੇ ਨਾਲ ਜੁੜਨ ਦੀ ਭਗਤੀ ਇਤਿਆਦਿ ਬੇਅੰਤ ਬੇਅੰਤ ਭਗਤੀ ਦੇ ਗੁਣ। ਅਤੇ ਇਸੇ ਤਰ੍ਹਾਂ ਗਿਆਨਾਂ, ਪਰੋਖ ਗਿਆਨ, ਅਪਰੋਖ ਪ੍ਰਤੱਖ ਗਿਆਨ, ਅਤੇ ਹੋਰ ਬੇਅੰਤ ਬੇਅੰਤ ਜਿਹੜੇ ਗਿਆਨ ਹੈ। ਪਰੋਖ ਗਿਆਨ, ਅਪਰੋਖ ਗਿਆਨ,
ਬ੍ਰਹਮ ਗਿਆਨ ਦਾ ਕਥਨ ਕੀਤਾ ਹੈ। ਜਿੰਨੇ ਵੀ ਗਿਆਨ ਹੈ ਉਹ ਸਾਰੇ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਆ ਜਾਂਦੇ ਹੈ, ਕਿਉਂਕਿ ਗੁਰੂ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਗਿਆਨ ਹੀ ਬਖਸ਼ਿਆ ਸਭ ਪ੍ਰਸੰਗਾਂ ਵਿੱਚ ਹੀ ਬੇਅੰਤ ਗਿਆਨ ਹੈ। ਕਵੀ ਜੀ ਨੇ ਆਪ ਵੀ ਗ੍ਰੰਥਾਂ ਦੀ ਮਦਦ ਨਾਲ ਅਲੰਕਾਰਾਂ ਰਾਹੀਂ ਗਿਆਨ ਦੀ ਦਾਤ ਬਖਸ਼ੀ। ਕਹਿੰਦੇ ਹੈ ਜੋ ਇਸ ਤਰ੍ਹਾਂ ਦੇ ਯੋਗ ਹੈ ਵੈਰਾਗ ਭਗਤੀ ਦੇ ਗਿਆਨ। ਇਹ ਚਾਰੋਂ ਵਰਨੇ ਬਿਦ ਨਾਨਾ। ਇਹ ਚਾਰੋਂ ਸਾਧਨ ਮੁਕਤੀ ਦੇ ਬੜੇ ਮਹਾਨ ਹੈ, ਜੋ ਨਾਨਾ ਤਰ੍ਹਾਂ ਨਾਲ ਢੰਗਾਂ ਨਾਲ ਬਹੁਤ ਜੁਗਤੀਆਂ ਨਾਲ ਚਾਰੇ ਵਰਣਨ ਕੀਤੇ ਹੈ, ਇਸ ਗ੍ਰੰਥ ਵਿੱਚ ਕਥਨ ਕੀਤੇ ਹੈ। ਦੈਵ ਸੰਪਦਾ ਗੁਣ ਜੇ ਬ੍ਰਿੰਦਾ। ਫਿਰ ਸਮੂਹ ਜਿਹੜੇ ਦੈਵੀ ਸੰਪਦਾ ਦੇ ਗੁਣ ਹੈ, ਸਤ, ਸੰਤੋਖ, ਸਹਿਨਸ਼ੀਲਤਾ, ਆਤਮ ਵਿਚਾਰ, ਦਇਆ, ਧਰਮ, ਛਿਮਾ ਇਤਿਆਦਿਕ ਜਿਹੜੇ ਦੈਵੀ ਸੰਪਦਾ ਹੈ। ਇੱਕ ਆਸਰੀ ਸੰਪਦਾ, ਇੱਕ ਦੈਵੀ ਸੰਪਦਾ, ਜਿਹੜੇ ਸ਼ੁਭ ਗੁਣ ਹੈ, ਜਿਸ ਵਿੱਚ ਜਿਹੜੇ ਸਮੂਹ ਦੈਵੀ ਸੰਪਦਾ ਸ਼ੁਭ ਗੁਣ ਹਨ। ਯਾ ਮੈਂ ਭਨੇ ਹਨ ਦੁਖ ਦੰਦਾ। ਉਹ ਇਸ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਨੇ ਕਹੇ ਹੈ, ਇਸ ਕਥਾ ਵਿੱਚ ਕਹੇ ਹੈ, ਜੋ ਦੁੱਖ ਦੁੰਦਾ ਅਰਥ ਦੋ, ਜੋ ਦੋਵਾਂ ਲੋਕਾਂ ਦੇ ਲੋਕ ਪਰਲੋਕ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੈ। ਜੋ ਦੁੰਦਾ ਕਹੀਏ ਉਹ ਪੱਧਰਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੈ, ਜਾਂ ਦੁੰਦਾ ਕਹੀਏ ਸਮੂਹ ਦੁੱਖਾਂ ਨੂੰ ਜੋ ਨਾਸ ਕਰਨ ਵਾਲੇ। ਇਸ ਕਥਾ ਵਿੱਚ ਕਥਨ ਕੀਤੇ ਗੁਣ। ਪੜ੍ਹ ਹੈ ਸੁਨੈ ਗੁਣ ਹਿਰਦੇ ਧਾਰ ਹੈ। ਜਿਹੜਾ ਵੀ ਇਸ ਨਾਨਕ ਪ੍ਰਕਾਸ਼ ਗ੍ਰੰਥ ਨੂੰ ਪ੍ਰੇਮ ਨਾਲ ਪੜ੍ਹੇਗਾ ਤੇ ਇਹਨਾਂ ਗੁਣਾਂ ਬਾਰੇ ਪੜ੍ਹੇਗਾ, ਫਿਰ ਇਹਨਾਂ ਗੁਣਾਂ ਬਾਰੇ ਸੁਣੇਗਾ, ਇਸ ਕਥਾ ਨੂੰ ਪੜ੍ਹੇ ਸੁਣੇਗਾ, ਉਹ ਗੁਣ ਹਿਰਦੇ ਵਿੱਚ ਧਾਰ ਲਏਗਾ। ਜਾਂ ਇਹ ਜਿਹੜੇ ਸ਼ੁਭ ਗੁਣ ਉੱਪਰ ਦੱਸੇ, ਜਿਹੜਾ ਇਹਨਾਂ ਗੁਣਾਂ ਨੂੰ ਹਿਰਦੇ ਵਿੱਚ ਧਾਰੇਗਾ। ਪੁਨ ਕਰ ਅਭਿਆਸ ਵਿਚਾਰ ਹੈ। ਫਿਰ ਬਾਰ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਗੁਰੂ ਮਹਾਰਾਜ ਦੀ ਕਥਾ ਦਾ ਅਭਿਆਸ ਪੁਨ੍ਹਾ ਕਮਾਈ ਕਰੇਗਾ, ਇਹਦੀ ਵਿਚਾਰ ਕਰੇਗਾ, ਅਭਿਆਸ ਕਰੇਗਾ। ਗੁਰਬਾਣੀ ਦੇ ਹੁਣ ਕਿੰਨੇ ਸ਼ਬਦ ਆਏ ਹੈ ਗੁਰੂ ਨਾਨਕ ਪ੍ਰਕਾਸ਼ ਵਿੱਚ। ਉਹ ਸੇਵਾ ਪੰਥੀ ਵਾਲੇ ਮਹਾਂਪੁਰਸ਼ਾਂ ਨੇ ਉਹ ਗ੍ਰੰਥ ਹੀ ਲਿਖਿਆ ਨਾਨਕ ਪ੍ਰਕਾਸ਼ ਦੇ ਸ਼ਬਦਾਂ ਦਾ, ਕੁੱਜੇ ਵਿੱਚ ਸਮੁੰਦਰ। ਉਹ ਸਾਰੇ ਜਿੰਨੇ ਸ਼ਬਦ ਆਏ ਉਹਨਾਂ ਦੀ ਵਿਆਖਿਆ ਕੀਤੀ ਉਹਨਾਂ ਨੇ, ਅੱਖਰੀ ਅਰਥਾਂ ਦੀ। ਇਵੇਂ ਜੋ ਕੁੱਜੇ ਵਿੱਚ ਸਮੁੰਦਰ ਹੈ ਗੁਰੂ ਨਾਨਕ ਮਹਾਰਾਜ ਦੀ ਮਹਾਨ ਕਥਾ। ਇਹ ਮਾਨੋ ਨਾਨਕ ਪ੍ਰਕਾਸ਼ ਤੇ ਕੁੱਜੇ ਦੀ ਨਿਆਈ ਹੈ ਗ੍ਰੰਥ, ਤੇ ਜੋ ਗੁਰੂ ਕੀ ਕਥਾ ਸਮੁੰਦਰ ਦੇ ਜਲ ਦੀ ਨਿਆਈ ਹੈ। ਸਮੁੰਦਰ ਹੀ ਇਸ ਮਾਨੋ ਛੋਟੇ ਜਿਹੇ ਗ੍ਰੰਥ ਵਿੱਚ ਕੈਦ ਕੀਤਾ ਹੋਇਆ ਹੈ, ਜਿਹੜਾ ਕਹਿਣ ਕਥਨ ਤੋਂ ਪਰੇ ਹੈ। ਪੁਨ੍ਹਾ ਜਿਹੜਾ ਇਸ ਗੁਣਾਂ ਦਾ, ਇਸ ਕਥਾ ਦਾ ਅਭਿਆਸ ਕਰੇਗਾ, ਵਿਚਾਰੇਗਾ। ਲਖ ਹੈ ਅਸਤ ਸਤ ਸੋ ਨਿਰਣਾ। ਉਹ ਜਿਹੜਾ ਹੈ ਸਤ ਅਸਤ ਦਾ ਨਿਰਣਾ ਕਰਨਾ ਜਾਣ ਲਏਗਾ ਵੀ ਸਤ ਕੀ ਹੈ, ਅਸਤ ਕੀ ਹੈ, ਸਾਰ ਕੀ ਹੈ, ਸ੍ਰੇਸ਼ਟ ਕੀ ਹੈ। ਸਤ ਹੁਣ ਬ੍ਰਹਮ ਹੈ, ਅਸਤ ਜਿਹੜਾ ਸੰਸਾਰ ਹੈ। ਉਹ ਸਤ ਅਸਤ ਦੀ ਵਿਚਾਰ ਕਰਨੀ ਜੋ ਜਾਣ ਲਏਗਾ, ਉਹ ਸਤ ਅਸਤ ਦਾ ਨਿਰਣਾ ਕਰਨਾ ਜਾਣ ਲਏਗਾ, ਜਿਹੜਾ ਅਭਿਆਸ ਕਰੇਗਾ ਇਸ ਕਥਾ ਦਾ। ਹਰਖ ਨਾ ਸੋਕ ਨਾ ਜਨਮ ਨਾ ਮਰਨ। ਉਹਨੂੰ ਫਲ ਕੀ ਹੋਊਗਾ ਕਿ ਬਹੁਤਾ ਕੋਈ ਪਦਾਰਥ ਆਊ, ਵਡਿਆਈ ਮਿਲੂ ਤੇ ਖੁਸ਼ ਨਹੀਂ ਹੋਏਗਾ, ਐਸੀ ਅਵਸਥਾ ਦਾ ਹੋ ਜਾਏਗਾ, ਭਾਵ ਜੀਵਨ ਮੁਕਤ ਹੋ ਜੂ। ਉਹ ਤੈਸਾ ਹਰਖ ਤੈਸਾ ਉਸ ਸੋਗ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਪਮਾਨਾ। ਨਾਨਕ ਲੀਨ ਭਇਓ ਗੋਬਿੰਦ, ਸਿਉ ਜਿਉ ਪਾਣੀ ਸੰਗ ਪਾਣੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਇਹ ਜੀਵਨ ਮੁਕਤ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹੋ ਜਾਏਗਾ। ਪਦਾਰਥਾਂ 'ਤੇ ਖੁਸ਼ੀ ਨਹੀਂ ਹੋਏਗੀ, ਚਲੇ ਜਾਣ 'ਤੇ ਕੋਈ ਕਿਸੇ ਦੇ ਵਿਛੜ ਜਾਣ 'ਤੇ ਕੋਈ ਸੋਗ ਗਮ ਨਹੀਂ ਹੋਏਗਾ। ਨਾ ਉਹ ਜੰਮੇਗਾ ਨਾ ਉਹ ਮਰੇਗਾ, ਜਨਮ ਮਰਨ ਦੋਹੂ ਮੈਂ ਨਾ ਹੀ ਹੋ ਜਾਏਗਾ। ਮਹਾਰਾਜ ਸੱਚਖੰਡ ਵਸਿਆ ਨਿਰੰਕਾਰ, ਜਿੱਥੇ ਵਸਦੇ ਹੈ ਉੱਥੇ ਜਾ ਕੇ ਉਹਦਾ ਨਿਵਾਸ ਹੋ ਜਾਏਗਾ, ਸੱਚਖੰਡ ਹੀ ਚਲਾ ਜਾਏਗਾ। ਸਤਿਗੁਰ ਸਿਫਤ ਮਹਾਤਮ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸਿਫਤ ਸਲਾਹ ਵਡਿਆਈ ਹੈ,
ਤੇ ਮਹਾਤਮ ਕਹੀਏ ਤੇਜ ਪ੍ਰਤਾਪ ਹੈ। ਜਗ ਮਹਿ ਪ੍ਰਗਟ ਦੁਰਿਓ ਨਹਿ ਸੋਈ। ਕਵੀ ਸਾਹਿਬ ਜੀ ਕਹਿੰਦੇ ਵੀ ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਤੇ ਸਿਫਤ ਵਡਿਆਈ ਕਿਤੇ ਛੁਪੀ ਥੋੜ੍ਹੀ ਹੈ, ਲੁਕਿਆ ਥੋੜ੍ਹੀ। ਮਹਾਰਾਜ ਦਾ ਤੇਜ ਪ੍ਰਤਾਪ ਤੇ ਗੁਰੂ ਜੀ ਦਾ ਵਡਿਆਈ ਮਹਿਮਾ ਉਸਤਤ ਉਹ ਤੇ ਸੰਸਾਰ ਵਿੱਚ ਪ੍ਰਗਟ ਹੀ ਹੈ। ਸਤਿਗੁਰ ਨਾਨਕ ਪ੍ਰਗਟਿਆ, ਜਿਵੇਂ ਗੁਰੂ ਮਹਾਰਾਜ ਪ੍ਰਗਟ ਹੈ ਨਾ ਸੱਚੇ ਪਾਤਸ਼ਾਹ ਪ੍ਰਗਟ, ਇਸੇ ਤਰ੍ਹਾਂ ਵਡਿਆਈ ਉਹਨਾਂ ਦੀ ਪ੍ਰਗਟੀ ਹੀ ਹੈ। ਸਭ ਹੀ ਜਾਣਦੇ ਹਨ ਮਹਾਰਾਜ ਬਾਰੇ। ਸਮਤਵਾਨ ਜਾਣਹਿ ਬਿਦ ਨੀਕੇ। ਜਿਹੜੇ ਸ੍ਰੇਸ਼ਟ ਮੱਤ ਵਾਲੇ ਚੰਗੀ ਤਰ੍ਹਾਂ ਜਾਣਦੇ ਵੀ ਗੁਰੂ ਨਾਨਕ ਸਾਹਿਬ ਗੋਬਿੰਦ ਰੂਪ ਹਨ। ਗੁਰੂ ਨਾਨਕ ਦੇਵ ਅਕਾਲ ਪੁਰਖ ਪਰਮੇਸ਼ਰ ਹੈ, ਜਿਹੜੇ ਸ੍ਰੇਸ਼ਟ ਮੱਤ ਵਾਲੇ ਹੈ। ਨਹੀਂ ਤੇ ਕਈ ਸਿੱਖ ਵੀ ਬਣੇ ਹੋਏ, ਉਹ ਵੀ ਕਈ ਕੋਈ ਜਾਂਦੇ ਗੁਰੂ ਮਹਾਰਾਜ ਤੇ ਇਸਤਰੀ ਰੂਪ ਵਿੱਚ ਆਏ ਹੈ। ਗੁਰੂ ਮਹਾਰਾਜ ਤੇ ਆਪਣਾ ਜੀਵਨ ਸਵਾਰ ਕੇ ਗਏ ਹੈ। ਜੀਵਨ ਮਹਾਰਾਜ ਵਿਗੜਿਆ ਕਿੱਥੇ ਸੀ? ਇਵੇਂ ਉਹ ਇਹੋ ਜਿਹੀਆਂ ਜਿਹੜੇ ਤੁੱਛ ਬੁੱਧੀ ਵਾਲੇ, ਜਿਹੜੇ ਕੁਮੱਤੀ ਵਾਲੇ ਆ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਜਿਹੜੇ ਚੰਗੀ ਮੱਤ ਵਾਲੇ ਹੈ, ਚੰਗੀ ਤਰ੍ਹਾਂ ਸਤਿਗੁਰੂ ਜੀ ਨੂੰ ਸ੍ਰੇਸ਼ਟ ਮੱਤ ਵਾਲੇ, ਆਤਮ ਵਿਛਾਣੀ ਵਾਲੀ ਬੁੱਧੀ ਵਾਲੇ ਜਾਣਦੇ ਹੈ ਵੀ ਗੁਰੂ ਮਹਾਰਾਜ ਜੀ ਦੇ ਮਹਾਨ ਹਨ, ਪ੍ਰਗਟ ਹੀ ਹੈ, ਕਿਤੇ ਛੁਪੇ ਲੁਕੇ ਨਹੀਂ ਹਨ। ਸਭ ਕੋਈ ਜਾਣਦਾ, ਹਿੰਦੂ ਹੋਵੇ, ਮੁਸਲਮਾਨ, ਈਸਾਈ, ਸਿੱਖ, ਕੋਈ ਸਭ ਜਾਣਦੇ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ। ਰਾਖਤ ਹੈ ਪਰੋਏ ਵਿੱਚ ਹੀ ਕੇ। ਸ੍ਰੇਸ਼ਟ ਮੱਤ ਵਾਲੇ ਸਿੱਖ ਭਗਤ ਜਨ ਚੰਗੀ ਤਰ੍ਹਾਂ ਮਾਰਨ ਜਾਣਦੇ ਹੈ ਤੇ ਆਪਣੇ ਹਿਰਦੇ ਵਿੱਚ ਗੁਰੂ ਦੀ ਜਿਹੜੀ ਸਿਫਤ ਹੈ, ਜੋ ਤੇਜ ਪ੍ਰਤਾਪ ਹੈ, ਉਹਨੂੰ ਹਿਰਦੇ ਵਿੱਚ ਪਰੋ ਕੇ ਰੱਖਦੇ ਹੈ। ਮਾਨੋ ਇਹ ਜਿਹੜੇ ਨਿਰਮੋਲਕ ਹੀਰੇ ਹੈ ਮਹਾਰਾਜ ਦੀ ਸਿਫਤ ਤੇ ਮਹਾਤਮ ਤੇਜ ਪ੍ਰਤਾਪ, ਉਹ ਹਿਰਦੇ ਰੂਪੀ ਕੰਠ ਦੇ ਵਿੱਚ ਪੈਣ ਕੇ ਰੱਖਦੇ ਹੈ ਹਮੇਸ਼ਾ। ਵਿਸਰਿਓ ਚਾਹਤ ਨਹੀਂ ਕਿਹ ਕਾਲਾ। ਕਿਸੇ ਸਮੇਂ ਵੀ ਮਹਾਰਾਜ ਦੇ ਤੇਜ ਪ੍ਰਤਾਪ ਤੋਂ, ਗੁਰੂ ਦੀ ਸਿਫਤ ਤੋਂ ਵਿਛੜਿਆ ਨਹੀਂ ਚਾਹੁੰਦੇ। ਹਰ ਵੇਲੇ ਤੇਜ ਪ੍ਰਤਾਪ ਨੂੰ ਜਾਣ ਕੇ ਸਿਫਤ ਕਰਿਆ ਹੀ ਚਾਹੁੰਦੇ ਹਨ ਗੁਰੂ ਕੇ ਸਿੱਖ ਸ੍ਰੇਸ਼ਟ ਮੱਤ ਵਾਲੇ। ਦ્વੈ ਲੋਚਨ ਸੁਖ ਦੇ ਜੋ ਵਿਸਾਲਾ। ਦੋ ਲੋਕਣ ਪਾਠ ਸ਼ੋਧੇ ਥੇ, ਲੋਕਣ ਜੋ ਗੁਰੂ ਜੀ ਦਾ ਜਸ ਹੈ ਤੇ ਤੇਜ ਪ੍ਰਤਾਪ ਹੈ, ਦੋਨਾਂ ਲੋਕਾਂ ਵਿੱਚ ਹੀ ਮਹਾਨ ਸੁੱਖ ਦੇਣ ਵਾਲਾ, ਲੋਕ ਪਰਲੋਕ ਵਿੱਚ ਹੀ। ਫੁਤੀ ਨਾ ਸ਼ਗਤ ਮੋਹਿ ਮਹਿ ਐਸੇ। ਕਵੀ ਸਾਹਿਬ ਜੀ ਕਹਿੰਦੇ ਮੇਰੇ ਵਿੱਚ ਐਸੀ ਸ਼ਕਤੀ ਤਾਕਤ ਹੈ ਨਹੀਂ ਸੀ। ਗ੍ਰੰਥ ਸੰਪੂਰਨ ਭਾਵ ਜਾਸੇ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਗ੍ਰੰਥ ਨਿਰਵਿਘਨਤਾ ਦੇ ਸਹਿਜ ਹੀ ਬੜੀ ਛੇਤੀ ਨਾਲ 1.5-2 ਸਾਲ ਵਿੱਚ ਹੀ ਸੰਪੂਰਨ ਹੋ ਗਿਆ ਹੈ, ਕਹਿੰਦੇ ਇਸ ਤਰ੍ਹਾਂ ਮੇਰੇ ਵਿੱਚ ਤਾਕਤ ਹੈ ਨਹੀਂ ਸੀ ਮਹਾਰਾਜ ਦਾ ਇਤਿਹਾਸ ਲਿਖਣ ਦੀ। ਕਿਰਪਾ ਧਾਰ ਸਤਿਗੁਰ ਮਝ ਤਾਈ। ਇਹ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੇਰੇ ਤਾਈਂ ਬਹੁਤ ਆਪਣੀ ਕਿਰਪਾ ਹੀ ਧਾਰ ਕੇ, ਮਿਹਰ ਦੀ ਦ੍ਰਿਸ਼ਟੀ ਰੱਖ ਕੇ, ਜਿਉਂ ਜਿਉਂ ਮੋਹੇ ਮਤ ਦੇ ਬਨਵਾਈ। ਜਿਉਂ ਮੈਨੂੰ ਕਹਿੰਦੇ ਮੱਤ ਸਤਿਗੁਰੂ ਜੀ ਦਿੰਦੇ ਗਏ ਤੇ ਮੱਤ ਦੇ ਕੇ ਇਹ ਸੋਹਣੀ ਮਹਾਰਾਜ ਨੇ ਆਪਣੀ ਪਵਿੱਤਰ ਕਥਾ ਬਣਵਾਈ ਹੈ, ਲਿਖਵਾਈ ਹੈ। ਤਿਉ ਮੈਂ ਕਹੀ ਕਥਾ ਅਤਰੂਰੀ। ਜਿਵੇਂ ਮਹਾਰਾਜ ਨੇ ਕਿਰਪਾ ਕਰਕੇ ਕਥਾ ਬਣਵਾਈ, ਲਿਖਵਾਈ ਹੈ, ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਤਿਆਰ ਕਰਵਾਇਆ ਹੈ, ਤੇ ਕਹਿੰਦੇ ਉਵੇਂ ਮੈਂ ਲਿਖੀ ਗਿਆ ਹਾਂ। ਤੇ ਸਤਿਗੁਰੂ ਜੀ ਦੀ ਜਿਹੜੀ ਸੋਹਣੀ ਮਹਾਨ ਕਥਾ ਸੋਹਣਹਾਰ ਕਥਾ ਉਤਾਰੀ ਮੈਲ, ਜਿਸ ਕਥਾ ਨੂੰ ਸਰਵਣ ਕੀਤਿਆਂ ਸਾਰੀਆਂ ਮੈਲਾਂ ਉਤਰ ਜਾਂਦੀਆਂ, ਪਾਪਾਂ ਦੀਆਂ, ਅਖੇਪ ਦੀ, ਵਰਨ ਗਿਆਨ ਸਾਰੇ ਨਾਸ ਹੋ ਜਾਂਦੇ ਹੈ, ਪਾਪਾਂ ਦੀ ਮੈਲ, ਵਿਕਾਰਾਂ ਦੀ ਮੈਲ ਨਾਸ ਹੋ ਜਾਂਦੀ ਹੈ। ਕਹਿੰਦੇ ਉਹ ਸੋਹਣੀ ਮਹਾਰਾਜ ਦੀ ਕਥਾ ਮੈਂ ਤਿਵੇਂ ਕਹੀ ਹੈ ਜਿਵੇਂ ਮਹਾਰਾਜ ਨੇ ਮੱਤ ਬਖਸ਼ੀ ਹੈ ਮੈਨੂੰ। ਜੋ ਸਾਧਨ ਅਪਵਰਗਹ ਪੂਰੀ। ਜੋ ਸਤਿਗੁਰ ਜੀ ਦੀ ਇਹ ਕਥਾ ਜਿਹੜੇ ਅਪਵਰਗ ਹੈ ਕਹੀਏ ਮੁਕਤੀ ਦੇ ਸਾਧਨਾਂ ਦੇ ਨਾਲ ਹੈ, ਪਰਿਪੂਰਨ ਹੈ। ਇਹਦੇ ਵਿੱਚ ਮੁਕਤੀ ਦੇ ਜਿਹੜੇ ਸਾਧਨ ਹੈ ਵਿਆਖਿਆ ਨਾਲ ਕਥਨ ਕੀਤੇ ਹੈ। ਜੇ ਕੋਈ ਧਾਰਨ ਕਰੇਗਾ ਉਹਨਾਂ ਗੁਣਾਂ ਨੂੰ, ਉਹਨਾਂ ਸਾਧਨਾਂ ਨੂੰ, ਇਸ ਕਥਾ ਨੂੰ ਪ੍ਰੇਮ ਭਾਵਨਾ ਨਾਲ ਪੜ੍ਹੇਗਾ, ਸੁਣੇਗਾ, ਬਿਨ ਸੰਸ਼ੇ ਉਹ ਮੁਕਤ ਜ਼ਰੂਰ ਹੋ ਜਾਏਗਾ। ਸ੍ਰੀ ਨਾਨਕ ਪਦ ਪੰਕਜ ਬੰਦਨਾ। ਕਵੀ ਸਾਹਿਬ ਜੀ ਸਾਰੇ ਗ੍ਰੰਥ ਦੀ ਸੰਪੂਰਨਤਾ ਕਰਨ ਤੋਂ ਬਾਅਦ ਮਹਾਰਾਜ ਦੇ ਇਸ ਗ੍ਰੰਥ ਦੀ ਮਹਿਮਾ ਕਰਦੇ, ਗੁਰੂ ਮਹਾਰਾਜ ਦੀ ਵਡਿਆਈ ਕਰਦੇ,
10 ਗੁਰੂ ਮੰਗਲਾਂ ਦਾ ਕਥਨ ਕਰ ਰਹੇ ਹਾਂ। ਪਹਿਲਾਂ ਜਦੋਂ ਕਥਾ ਆਰੰਭ ਕੀਤੀ ਹੈ ਉਦੋਂ ਵੀ ਸੱਚੇ ਪਾਤਸ਼ਾਹ 10 ਗੁਰੂਆਂ ਦਾ ਹੀ ਮੰਗਲ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕੀਤਾ, ਵਿਦਿਆ ਗੁਰੂ ਦਾ ਮੰਗਲ ਕੀਤਾ, ਖਾਲਸੇ ਪੰਥ ਦਾ ਮੰਗਲ ਕੀਤਾ, ਵਾਹਿਗੁਰੂ ਮੰਤਰ ਦਾ ਮੰਗਲ ਕੀਤਾ, ਗੁਰਬਾਣੀ ਦਾ ਮੰਗਲ ਕੀਤਾ। ਕਵੀ ਜੀ ਨੇ ਸਾਰੇ ਓਟ ਆਸਰੇ ਲੈ ਕੇ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਲਿਖਿਆ ਹੈ। ਹੁਣ ਵੀ 10 ਗੁਰੂ ਮੰਗਲ ਕਰ ਰਹੇ ਹੈ। ਕਹਿੰਦੇ ਜੋ ਸੋਭਾ ਵਾਲੇ ਨਾਨਕ ਗੁਰੂ ਨਾਨਕ ਦੇਵ ਜੀ ਹੈ, ਜੋ ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਜੋ ਬਹੁਤੇ ਨਹੀਂ ਹੈ ਨਾ, ਇੱਕੋ ਹੀ ਇੱਕ ਹੀ ਹੈ ਪਰਮੇਸ਼ਰ, ਅਨਕ ਰਹਿਤ ਪਰਮਾਤਮ ਜੋਈ। ਜੋ ਅਨੇਕਤਾ ਤੋਂ ਰਹਿਤ ਹੈ, ਇੱਕੋ ਹੀ ਇੱਕ ਹੈ। ਉਹ ਕੌਣ? ਪਰਮਾਤਮਾ ਹੈ। ਉਸ ਪਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਚਰਨ ਕਮਲਾਂ ਉੱਪਰ ਮੇਰੀ ਬੇਅੰਤ ਬੇਅੰਤ ਨਮਸਕਾਰ ਹੈ। ਜਿਨ੍ਹਾਂ ਗੁਰਾਂ ਦਾ ਐਸਾ ਇਤਿਹਾਸ ਮੈਂ ਲਿਖਿਆ ਹੈ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਲਿਖਵਾਇਆ ਹੈ। ਜੋ ਸਤਿਗੁਰ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ ਹਨ। ਜੋ ਮਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਨਾਨਕ ਹਰਿ ਸੋਏ ਗੁਰੂ ਨਾਨਕ ਦੇਵ ਗੋਬਿੰਦ ਰੂਪ। ਜੋ ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਉਹਨਾਂ ਦੇ ਚਰਨ ਕਮਲਾਂ 'ਤੇ ਮੈਂ ਕਵੀ ਬੇਅੰਤ ਬੇਨਤੀ ਬੰਦਨਾ ਨਮਸਕਾਰ ਕਰਦਾ ਹਾਂ। ਇਹੀ ਕਹਿਣਾ ਹਾਂ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਸਿਮਰੋ ਅੰਗਦ ਦੋਖ ਨਿਕੰਦਨਾ। ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਹੈ, ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਮਹਾਰਾਜ, ਐਸੇ ਸੋਭਾ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਮੈਂ ਕਹਿੰਦੇ ਯਾਦ ਕਰਦਾ, ਜੋ ਦੁੱਖਾਂ ਨੂੰ ਕੱਟਣ ਵਾਲੇ ਹੈ, ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਜੋ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਗੁਰੂ ਅੰਗਦ ਦੇਵ ਜੀ ਸਰੂਪ ਹੋਏ ਹੈ। ਸੱਚੇ ਪਾਤਸ਼ਾਹ ਜੀ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਮਹਾਰਾਜ, ਜੋ ਦੁੱਖਾਂ ਨੂੰ ਕੱਟਣ ਵਾਲੇ। ਮੈਂ ਉਹਨਾਂ ਨੂੰ ਯਾਦ ਸਿਮਰੋ ਕਹੀਏ ਯਾਦ ਕਰਦਾ। ਜਿਵੇਂ ਭੱਟ ਸਾਹਿਬ, ਜਿਵੇਂ ਮਹਾਰਾਜ ਦੇ ਸ਼ਲੋਕ ਸਵਈਏ ਮਹੱਲੇ ਦੂਜੇ ਕੀ ਹੁੰਦੇ ਆ ਕਿ ਆਮਹਿ ਦ੍ਰਿਸ਼ਟ ਸੁਭ ਕਰੈ ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰ ਨਾਮ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਜਿਹੜੇ ਭੱਟ ਟਲ ਜੀ ਕਹਿੰਦੇ ਹੈ, ਉਹ ਕਹਿੰਦੇ ਹੈ ਕਿ ਸਤਿਗੁਰੂ ਅੰਗਦ ਦੇਵ ਮਹਾਰਾਜ ਜਿਹਦੇ ਵੱਲ ਆਪਣੀ ਮਿਹਰ ਭਰੀ ਦ੍ਰਿਸ਼ਟੀ ਕਰ ਦੇਣ, ਉਹਦੇ ਸਾਰੇ ਪਾਪ ਵੀ ਮਹਾਰਾਜ ਨਾਸ਼ ਕਰ ਦਿੰਦੇ। ਅਤੇ ਜਿਹੜੇ ਜਿਨ੍ਹਾਂ 'ਤੇ ਉਹਨਾਂ ਦੀ ਮਿਹਰ ਹੋ ਜਾਏ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਵੱਸ ਕਰ ਲੈਂਦੇ ਹੈ। ਉਹਨਾਂ ਨੂੰ ਗੁਰੂ ਇਹ ਤਾਕਤ ਬਖਸ਼ ਦਿੰਦੇ ਹੈ। ਸਦਾ ਉਹਨਾਂ ਦੇ ਮਨਾਂ ਵਿੱਚ ਸੁੱਖ ਵਸ ਜਾਂਦਾ। ਦੁੱਖ ਸੰਸਾਰ ਹੈ ਖੋਵੇ, ਦੁੱਖ ਸੰਸਾਰ ਦੇ ਸਾਰੇ ਉਹ ਖੋ ਲੈਂਦੇ ਹੈ। ਗੁਰ ਨਾਮ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਮਹਾਰਾਜ ਤੇ 9 ਨਿਧੀਆਂ ਦੇ ਦਰਿਆ ਖਜ਼ਾਨਾ ਹੀ ਹੈ। ਅਤੇ ਕਹਿੰਦੇ ਅਸੀਂ ਭੱਟ ਸਾਹਿਬਾਨ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਜਨਮਾਂ ਜਨਮਾਂ ਦੀ ਪਾਪ ਖੋ ਰਹੇ ਹਾਂ। ਸੋ ਕਹੋ ਟਲ ਗੁਰ ਸੇਵੀਐ। ਟਲ ਭੱਟ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਜੀ ਨੂੰ ਭਾਈ ਸੇਵੀਏ ਅਤੇ ਐਨਿਸ ਸਹਿਜ ਸੁਭਾਏ। ਰਾਤ ਦਿਨ ਸੁੱਤੇ ਸੇਧੀ ਉਹਨਾਂ ਦੇ ਵਿੱਚ ਜੁੜ ਜਾਈਦਾ ਹੈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਹੀ ਐਸਾ ਹੈ, ਜੰਮਣਾ ਮਰਨਾ ਦੇ ਜਿਹੜੇ ਨਾ ਦੁੱਖ ਨਾਸ਼ ਹੋ ਜਾਂਦੇ। ਕਵੀ ਸਾਹਿਬ ਤਾਂ ਹੀ ਕਹਿ ਰਹੇ ਦੋਖ ਨਿਕੰਦਨ। ਜੋ ਦੋਸ਼ਾਂ ਔਗਣਾ ਗੁਨਾਹਾਂ ਨੂੰ ਨਿਕੰਦਨ ਕਹੀਏ ਕੱਟ ਦੇਣ ਵਾਲੇ ਹੈ, ਐਸੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਮੈਂ ਸਿਮਰੋ ਯਾਦ ਕਰਦਾ ਹਾਂ। ਅਮਰਦਾਸ ਗੁਰ ਹਿਰਦੇ ਧਿਆਵਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਐਸੇ ਗੁਰੂ ਅਮਰਦਾਸ ਮਹਾਰਾਜ ਨੂੰ ਮੈਂ ਹਿਰਦੇ ਵਿੱਚ ਧਿਆਉਂਦਾ ਹਾਂ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਕਹਿੰਦੇ ਹੈ ਘਨ ਹਰ ਬੂੰਦ ਬਸੋਰੋ ਮਾਵਲ।
कुसुम बसंत गनंत न आवै। रावसस किरण उदर सागर को, गंग तरंग अंत को पावै। रुदर ध्यान ज्ञान सतगुर के, काब जन भालु नह जो गावै। भल्ले अमरदास गुण तेरे, तेरी उपमा तोहे बन आवै। महाराज ਤੁਹਾਡੀ ਵਡਿਆਈ ਤੁਹਾਨੂੰ ਹੀ ਬਣ ਆਉਂਦੀ ਹੈ। ਐਸੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੈਂ ਹਿਰਦੇ ਕਰਕੇ ਧਿਆਉਂਦਾ, ਹਿਰਦੇ ਵਿੱਚ ਧਿਆਉਂਦਾ, ਯਾਦ ਕਰਦਾ ਹਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਮੈਂ ਗੁਣ ਗਾਉਂਦਾ ਹਾਂ, ਜੋ ਗੁਰੂ ਰਾਮਦਾਸ ਮਹਾਰਾਜ ਧੰਨ ਹਨ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਗੁਰੂ ਅੰਗਦ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਮੈਂ ਕਵੀ ਗੁਣ ਗਾਉਂਦਾ ਹਾਂ ਬੇਅੰਤ ਬੇਅੰਤ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਜੋ ਸੋਭਾ ਵਾਲੇ ਸ਼੍ਰੋਮਣੀ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਸਾਰੇ ਵਿਘਨਾਂ ਨੂੰ ਨਾਸ ਕਰਨ ਵਾਲੇ, ਉਹਨਾਂ ਸਤਿਗੁਰਾਂ ਨੂੰ ਵੀ ਮੈਂ ਧਿਆਉਂਦਾ ਹਾਂ। ਜੋ ਧਰਨ ਗਗਨ ਨਵ ਖੰਡ ਮਹਿ, ਜੋਤ ਸਰੂਪੀ ਰਹਿਓ ਭਰ। ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੋ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਅਰਜਨ ਦੇਵ ਮਹਾਰਾਜ ਜੋ ਐਸੇ ਗੁਰੂ ਹੈ, ਵਿਘਨਾਂ ਨੂੰ ਨਾਸ ਕਰਨ ਵਾਲੇ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੋ ਸ਼ੁਭ ਚੰਗੀ ਸ੍ਰੇਸ਼ਟ ਮਤ ਦਾ ਪ੍ਰਕਾਸ਼ ਕਰਨ ਵਾਲੇ, ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਜੋ ਆਤਮ ਵਿਸ਼ੈਣੀ ਬੁੱਧੀ ਬਖਸ਼ਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਠਾਂ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰਉਪਕਾਰੀ। ਜੋ ਪਰਉਪਕਾਰੀ ਬੜੇ ਯੋਧੇ ਗੁਰੂ ਹੈ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ, ਜੋ ਸ੍ਰੇਸ਼ਟ ਮੱਤ ਦਾ ਪ੍ਰਕਾਸ਼ ਕਰਨ ਵਾਲੇ ਹੈ, ਉਹਨਾਂ ਦੇ ਚਰਨਾਂ ਵਿੱਚ ਵੀ ਮੇਰੀ ਕਵੀ ਦੀ ਨਮਸਕਾਰ ਹੈ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਸ੍ਰੀ ਗੁਰੂ ਹਰਿ ਰਾਏ ਮਹਾਰਾਜ ਸੱਚੇ ਪਾਤਸ਼ਾਹ, ਜੋ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਬਖਸ਼ਣ ਵਾਲੇ ਹੈ, ਜੋ ਵੱਡੇ ਵੱਡੇ ਪਾਤਸ਼ਾਹਾਂ ਨੂੰ ਵੀ ਆਪਣੇ ਖਜ਼ਾਨਿਆਂ ਵਿੱਚੋਂ ਵਸਤਾਂ ਦੇਣ ਵਾਲੇ ਸਤਿਗੁਰੂ ਜੀ। ਐਸੇ ਗੁਰੂ ਹਰਿ ਮਹਾਰਾਜ ਜੀ ਦੇ ਚਰਨਾਂ ਵਿੱਚ ਮੈਂ ਦੋਵੇਂ ਹੱਥ ਜੋੜ ਕੇ ਕਵੀ ਨਮਸਕਾਰ ਕਰਦਾ ਬੇਅੰਤ ਬੇਅੰਤ ਵਾਰ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਕਹਿੰਦੇ ਉਹਨਾਂ ਨੂੰ ਵੀ ਮੈਂ ਉਹਨਾਂ ਦੇ ਚਰਨਾਂ ਨੂੰ ਮਨਾਉਂਦਾ ਪੂਜਦਾ ਹਾਂ, ਸਤਿਗੁਰੂ ਜੀ ਨੂੰ ਮਨਾਉਂਦਾ ਹਾਂ, ਉਹਨਾਂ ਦੇ ਚਰਨਾਂ ਦੇ ਨਮਸਕਾਰ ਕਰਦਾ ਹਾਂ। ਗੁਰ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਜਿਨ੍ਹਾਂ ਨੇ ਦਰਸ਼ਨ ਕੀਤਿਆਂ ਸਾਰੇ ਦੁੱਖ ਚਲੇ ਜਾਂਦੇ ਆ। ਜੋ ਗੂੰਗਿਆਂ ਨੂੰ ਕੋ ਗੀਤਾ ਦੇ ਅਰਥ ਪੜ੍ਹਾ ਦਿੰਦੇ ਆ, ਗੂੰਗਿਆਂ ਨੂੰ ਜ਼ਬਾਨਾਂ ਬਖਸ਼ ਦਿੰਦੇ ਆ। ਖਲ ਪੰਡਿਤ ਤੇ ਮੂਰਖ, ਖਲ ਪੰਡਿਤ ਤੇ ਮੂਰਖ, ਖਲ ਮੂਰਖ ਤੇ ਪੰਡਿਤ ਕਰਬੋ। ਜੋ ਮਹਾਰਾਜ ਪੰਡਿਤ ਤੋਂ ਮੂਰਖ ਕਰ ਦਿੰਦੇ ਆ ਅਤੇ ਮੂਰਖਾਂ ਤੋਂ ਪੰਡਿਤ ਕਰ ਦਿੰਦੇ ਆ। ਐਸੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਨੂੰ ਵੀ ਬਣਾ ਕੇ ਮੱਥਾ ਟੇਕਦਾ ਮੈਂ ਕਵੀ। ਤੇਗ ਬਹਾਦਰ ਪਰਮ ਕਿਰਪਾਲਾ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜੋ ਮਹਾਨ ਦਿਆਲੂ ਕਿਰਪਾਲੂ ਹੈ, ਧਰਮ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ, ਜਿਨ੍ਹਾਂ ਨੇ ਸੀਸ ਦਿਆ ਪਰ ਸਿਰ ਨ ਦਿਆ। ਸਤਿਗੁਰੂ ਐਸੇ ਧਰਮ ਹੇਤ ਸਾਕਾ ਜਿਨ ਕੀਆ, ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਇੰਨਾ ਵੱਡਾ ਸਾਕਾ ਕੌਤਕ ਕੀਤਾ ਸੱਚੇ ਪਾਤਸ਼ਾਹ ਜੀ ਨੇ। ਅਤੇ ਦਿੱਲੀ ਦੇ ਵਿੱਚ ਠੀਕਰ ਫੁਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜੋ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੋ ਹਿੰਦ ਦੀ ਚਾਦਰ ਹਨ, ਹਿੰਦ ਦੀ ਰੱਖਿਆ ਕਰਨ ਵਾਲੇ ਪਰਮ ਕਿਰਪਾਲੂ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਚਰਨਾਂ 'ਤੇ ਮੇਰੀ ਕਵੀ ਦੀ ਨਮਸਕਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਅੰਮ੍ਰਿਤ ਕੇ ਦਾਤੇ, ਸਾਹਿਬੇ ਕਮਾਲ, ਵਾਲੀਏ ਦੋ ਜਹਾਨ। ਸਤਿਗੁਰੂ ਮਹਾਰਾਜ ਜੋ ਬਹੁਤ ਮਹਾਨ ਸਤਿਗੁਰੂ ਹੈ,
ਜਿਨ੍ਹਾਂ ਦਾ ਵਰਗਾ ਕੋਈ ਹੋਇਆ ਨਹੀਂ। ਭਾਈ ਨੰਦ ਲਾਲ ਜੀ ਲਿਖਦੇ ਹੈ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਤਾਗ ਗੁਰੂ ਗੋਬਿੰਦ ਸਿੰਘ। ਇੰਨੀ ਵਡਿਆਈ ਭਾਈ ਨੰਦ ਲਾਲ ਜੀ ਨੇ ਕੀਤੇ ਹੈ। ਕਹਿੰਦੇ ਭਾਈ ਨੰਦ ਲਾਲ ਜੀ ਕਹਿੰਦੇ ਸਭ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ। ਸਾਰੀ ਸ੍ਰਿਸ਼ਟੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਹੈ ਸਮਾਏ ਹੋਏ ਹੈ। ਇੰਨੀ ਵਡਿਆਈ ਕੀਤੀ ਹੈ। ਭਾਈ ਨੰਦ ਲਾਲ ਜੀ ਕਹਿੰਦੇ 7,000 ਰਾਮ ਕ੍ਰਿਸ਼ਨ, 7,000 ਦੇਵੀਆਂ, ਕਹਿੰਦੇ ਸੈਂਕੜੇ ਹਜ਼ਾਰਾਂ ਹੀ ਰਾਮ ਕ੍ਰਿਸ਼ਨ ਭਗਵਾਨ ਹੋਣੀ ਅਤੇ ਸੈਂਕੜੇ ਹਜ਼ਾਰਾਂ ਹੀ ਦੇਵੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਦੀਆਂ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਚਰਨ ਕਮਲਾਂ 'ਤੇ ਮੇਰੀ ਕਮਲੀ ਜੀ ਬਹੁਤ ਬਹੁਤ ਨਮਸਕਾਰ ਹੈ। ਸੱਚਾ ਪਾਤਸ਼ਾਹ ਧਰਾ ਪਰ ਪੁਨ ਸੀਸਾ, ਕਹਿੰਦੇ ਮੈਂ ਧਰਤੀ ਉੱਪਰ ਆਪਣਾ ਸੀਸ ਇੱਕ ਵਾਰ ਨਹੀਂ ਰੱਖਦਾ ਵੀ ਇੱਕੇ ਵਾਰੀ ਰੱਖਦਾ ਮੱਥਾ ਟੇਕਦਾ, ਬਾਰ ਬਾਰ ਰੱਖ ਕੇ ਮੈਂ ਜੋ ਗੁਰੂ ਨਾਨਕ ਸਾਹਿਬ ਜੀ ਦੇ 10 ਸਰੂਪ ਹਨ, 10 ਸਰੂਪਾਂ ਨੂੰ ਹੀ ਬੰਦਾ ਬਾਰ ਬਾਰ ਜਗਦੀਸਾ, ਜੋ ਜਗਤ ਦੇ ਈਸ਼ ਗੁਰੂ ਨਾਨਕ ਸਾਹਿਬ ਜੀ 10 ਜੋਤ ਹਨ, 10 ਗੁਰੂ ਸਾਹਿਬਾਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਐਸੇ ਸਤਿਗੁਰਾਂ ਨੂੰ ਕਹਿੰਦੇ ਮੈਂ ਧਰਤੀ ਉੱਪਰ ਆਪਣਾ ਮੱਥਾ ਰੱਖ ਕੇ, ਸੀਸ ਰੱਖ ਕੇ, ਦੋਵੇਂ ਹੱਥ ਜੋੜ ਕੇ, ਡੰਡੇ ਵੱਤ ਪੈ ਕੇ ਬਾਰ ਬਾਰ ਨਮਸਕਾਰ ਕਰਦਾ। ਮੇਰੀ ਬਾਰ ਬਾਰ ਬੰਦਨਾ ਹੈ 10 ਗੁਰੂ ਸਾਹਿਬਾਨਾਂ ਨੂੰ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਦੋਹਰਾ ਸ੍ਰੀ ਮਤ ਸਿਮਰਨ ਰਤ ਗੁਰੂ। ਹੁਣ ਕਵੀ ਸਾਹਿਬ ਜੀ 10 ਗੁਰੂ ਸਾਹਿਬਾਨਾਂ ਦਾ ਮੰਗਲ ਕਰਕੇ ਸਾਧ ਸੰਗਤ ਜੀ ਬੜੀ ਵੱਡੀ ਵਿਦਵਤਾ ਵਾਲੀ ਗੱਲ ਹੈ ਵੀ ਗੁਰੂ ਨੂੰ ਯਾਦ ਕਰਨਾ, ਫਿਰ ਆਪਣੇ ਵਿਦਿਆ ਗੁਰੂ ਨੂੰ ਯਾਦ ਕਰਨਾ। ਨਹੀਂ ਤਾਂ ਬਹੁਤੇ ਜਿਹੜੇ ਹੁੰਦੇ ਆ ਉਹਨਾਂ ਦਾ ਕੀ ਸੁਭਾਅ ਹੁੰਦਾ ਵੀ ਵਿਦਿਆ ਗੁਰੂ ਨੂੰ ਤਾਂ ਭੁਲਾ ਦਿੰਦੇ ਕਈ, ਅਤੇ ਗੁਰੂ ਮਹਾਰਾਜ ਨੂੰ ਵੀ ਭੁਲਾ ਦਿੰਦੇ। ਅਤੇ ਕਈਆਂ ਦੀ ਆਦਤ ਇਹ ਹੁੰਦੀ ਆ ਵੀ ਉਹ ਗੁਰੂ ਪਰਮੇਸ਼ਰ ਨੂੰ ਤਾਂ ਭੁਲਾ ਦਿੰਦੇ ਆ, ਜਿਹੜਾ ਉਸਤਾਦ ਉਹਨੂੰ ਰੱਬ ਮੰਨੀ ਫਿਰਦੇ ਆ। ਉਹ ਇਹ ਨਹੀਂ ਸੋਚਦੇ ਵੀ ਉਹ ਉਸਤਾਦ ਦਾ ਵੀ ਜੋ ਵੱਡਾ ਉਸਤਾਦ ਉਹਦੇ ਪਰਮਾਤਮਾ ਹੈ। ਕਵੀ ਸਾਹਿਬ ਜੀ ਦੇ ਵੱਡਾ ਪ੍ਰੇਮ ਹੈ ਗੁਰੂ ਮਹਾਰਾਜ ਜੀ ਨਾਲ। ਪਹਿਲਾਂ ਗੁਰੂ ਸਾਹਿਬਾਨਾਂ ਦਾ ਮੰਗਲ ਕੀਤਾ, ਹੁਣ ਆਪਣੇ ਵਿਦਿਆ ਦਾਤੇ ਦਾ ਮੰਗਲ ਕਰਦੇ। ਆਪਣਾ ਹੰਕਾਰ ਨਹੀਂ ਜਣਾਉਂਦੇ ਵੀ ਮੈਂ ਆਪਣੇ ਆਪ ਹੀ ਸਭ ਕੁਝ ਕੀਤਾ ਹੋਇਆ। ਇਤਿਹਾਸ ਵਿੱਚ ਵੀ ਵੇਖ ਲਓ, ਭਾਈ ਸੰਤੋਖ ਸਿੰਘ ਜੀ ਨੇ ਇਵੇਂ ਲਿਖਿਆ ਵੀ ਸ੍ਰੀ ਬਾਲਾ ਜੀ ਸੰਧੂਰਵਾਚ ਕਿ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਨ ਕਰ ਰਹੇ। ਇਤਿਹਾਸ ਸੰਗਤ ਜੀ ਸੁਣੋ, ਭਾਵ ਮੈਂ ਨਹੀਂ ਕੁਝ ਲਿਖਿਆ, ਮੇਰਾ ਕੁਝ ਨਹੀਂ ਇਹਦੇ ਵਿੱਚ। ਇਹ ਨਿਮਰਤਾ ਹੁੰਦੀ ਹੈ। ਨਹੀਂ ਤਾਂ ਮਨੁੱਖਾ ਲਿਖਿਆ ਕਿਸੇ ਦਾ ਹੁੰਦਾ, ਨਾ ਆਪਣਾ ਵਿੱਚ ਰੱਖ ਕੇ ਅਤੇ ਆਪਣੀ ਵਡਿਆਈ ਕਰ ਲੈਂਦਾ। ਜਿਵੇਂ ਗੀਤ ਗੂਤਕਾਰ ਹੁੰਦੇ ਇਹੋ ਜਿਹੇ, ਉਹ ਕਿਸੇ ਕੋਲ ਲੈ ਕੇ ਅਤੇ ਨਾ ਆਪਣਾ ਵਿੱਚ ਧੱਕੀ ਜਾਣਗੇ। ਅਤੇ ਇੱਧਰ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖ ਐਸੇ ਨਿਮਰਤਾ ਵਾਲੇ ਹੈ, ਜਿਨ੍ਹਾਂ ਨੇ ਕੀਤਾ ਉਹਨਾਂ ਦਾ ਇਨਾਮ ਰੱਖਦੇ ਹੈ। ਹੁਣ ਆਪਣੀ ਵਿਦਵਤਾ ਨਾ ਜਣਾਉਂਦੇ ਹੋਏ ਸਗੋਂ ਵਿਦਿਆ ਗੁਰੂ ਦੀ ਵਡਿਆਈ ਕਰਦੇ ਦੱਸ ਰਹੇ, ਆਪਣੇ ਵਿਦਿਆ ਗੁਰੂ ਦਾ ਨਾਮ ਦੱਸ ਰਹੇ ਕਵੀ ਜੀ। ਸੰਤ ਸ੍ਰੀ ਮਤ ਸਿਮਰਨ ਰਤ ਗੁਰੂ। ਕਵੀ ਸਾਹਿਬ ਜੀ ਕਹਿ ਰਹੇ ਹੈ ਕਿ ਜੋ ਸੋਭਾ ਵਾਲੇ ਮੇਰੇ ਉਸਤਾਦ ਹੈ, ਜਿਨ੍ਹਾਂ ਦੀ ਮੱਤ ਬੜੀ ਉੱਚੀ ਸੁੱਚੀ ਹੈ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਅਤੇ ਜਿਹੜੇ ਮੇਰੇ ਉਸਤਾਦ ਹੈ ਸੋਭਾ ਵਾਲੇ, ਜਿਨ੍ਹਾਂ ਦੀ ਮੱਤ ਬੜੀ ਉੱਚੀ, ਬੁੱਧੀ ਬੜੀ ਉੱਚੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਮਰਨ ਵਿੱਚ ਹੀ ਜਿਨ੍ਹਾਂ ਦੀ ਬਹੁਤ ਪ੍ਰੀਤੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਿਮਰਨ ਵਿੱਚ ਹੀ ਜੋ ਲੱਗੇ ਰਹਿੰਦੇ ਅੱਠੇ ਪੈਰ। ਸੰਤ ਸਿੰਘ ਸ਼ੁਭ ਨਾਮ। ਸੰਗਤ ਜੀ ਉਹਨਾਂ ਦਾ ਨਾਮ ਹੈ ਸੰਤ ਸਿੰਘ, ਜੋ ਚੰਗਾ ਨਾਮ, ਸੋਭਾ ਵਾਲਾ ਸੋਹਣਾ ਨਾਮ, ਸੰਤ ਸਿੰਘ ਨਾਮ। ਅਤੇ ਹੈ ਵੀ ਮਹਾਨ ਸੰਤ, ਜੋ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਹੋਏ ਹੈ। ਭਾਈ ਸੂਰਤ ਸਿੰਘ ਜੀ, ਪਹਿਲੇ ਬਾਬਾ ਦੀਪ ਸਿੰਘ ਜੀ, ਦੂਸਰੇ ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬੁੰਗਾ ਸਾਹਿਬ ਬਣਿਆ ਹੋਇਆ, ਜਿੱਥੇ ਸ਼ਹੀਦੀ ਪਾਈ ਹੈ। ਤੀਸਰੇ ਭਾਈ ਸੂਰਤ ਸਿੰਘ ਜੀ ਹੋਏ। ਜਦੋਂ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੋਈ ਹੈ
ਲਾਹੌਰ ਵਿੱਚ ਭਾਈ ਸੂਰਤ ਸਿੰਘ ਵੀ ਉੱਥੇ ਨੌਕਰੀ ਕਰਦੇ ਸਨ ਅਤੇ ਜ਼ਕਰੀਆ ਖਾਨ ਨੂੰ ਬੜਾ ਸਮਝਾਇਆ ਸੀ। ਭਾਈ ਸੂਰਤ ਸਿੰਘ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਕਥਾਵਾਚਕ ਹੋਏ ਬੜੇ ਤਗੜੇ। ਤੀਸਰੇ ਸਥਾਨ 'ਤੇ ਦਮਦਮੀ ਟਕਸਾਲ ਦੇ ਮੁਖੀ ਵੀ ਹੋਏ। ਗਾਂ ਉਹਨਾਂ ਦੇ ਪੁੱਤਰ ਭਾਈ ਗੁਰਦਾਸ ਜੀ ਚੌਥੇ ਮੁਖੀ ਬਣੇ ਦਮਦਮੀ ਟਕਸਾਲ ਦੇ। ਪੰਜਵੇਂ ਬਣੇ ਮੁਖੀ ਭਾਈ ਸੰਤ ਸਿੰਘ ਜੀ, ਜਿਨ੍ਹਾਂ ਦੇ ਇੱਥੇ ਨਾਮ ਆ ਰਿਹਾ ਹੈ। ਭਾਈ ਸੰਤ ਸਿੰਘ ਜੀ ਨੇ ਆਪਣੇ ਪਿਤਾ ਭਾਈ ਸੂਰਤ ਸਿੰਘ ਜੀ ਤੋਂ ਬ੍ਰਹਮ ਵਿਦਿਆ ਪੜ੍ਹੀ ਹੈ ਅਤੇ ਆਪਣੇ ਵੱਡੇ ਭਾਈ ਜੋ ਸੰਤ ਮਹਾਂਪੁਰਸ਼ ਭਾਈ ਗੁਰਦਾਸ ਜੀ ਹੈ, ਭਾਈ ਗੁਰਦਾਸ ਸਿੰਘ ਜੀ, ਉਹਨਾਂ ਤੋਂ ਪੜ੍ਹੀ ਹੈ ਵਿਦਿਆ। ਅਤੇ ਫਿਰ ਆਪ ਇੰਨੇ ਮਹਾਨ ਹੈ ਕਿ ਜੋ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਹੈ, ਜਿਨ੍ਹਾਂ ਨੇ ਇਤਿਹਾਸ ਸੂਰਜ ਪ੍ਰਕਾਸ਼ ਦਾ ਸਾਰਾ ਲਿਖਿਆ ਹੈ। ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਹੋਰ ਉਹਨਾਂ ਨੇ ਆਤਮ ਪੁਰਾਣ, ਨਾਮ ਕੋਸ਼, ਸ੍ਰੀ ਗਰਭਗੰਜਨੀ ਸਟੀਕ, ਜਪਜੀ ਸਾਹਿਬ ਦਾ ਟੀਕਾ, ਜਿਨ੍ਹਾਂ ਵਿੱਚ ਬੇਅੰਤ ਬੇਅੰਤੀ ਵਿਦਵਤਾ ਕਵੀ ਜੀ ਨੇ ਦਿਖਾਈ ਹੈ। ਅਤੇ ਉਹ ਸਾਰੀ ਵਿਦਿਆ ਜਿਹੜੀ ਪੜ੍ਹੀ ਹੈ ਸੰਤ ਸਿੰਘ ਜੀ ਤੋਂ ਪੜ੍ਹੀ ਹੈ ਭਾਈ ਸਾਹਿਬ ਜੀ ਨੇ। ਅਤੇ ਐਸੇ ਸੰਤ ਸਿੰਘ ਜਿਨ੍ਹਾਂ ਨੂੰ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਉਹਨਾਂ ਦੀ ਰਸਨਾ ਦੀ ਵਸਦੀ ਸੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਆਉਂਦਾ, ਉਹਦੀ ਕਥਾ ਦਰਬਾਰ ਦੇ ਅੰਦਰ ਹੀ ਹੋਇਆ ਕਰਦੀ ਸੀ, ਜਿੱਥੇ ਅੱਜ ਸ੍ਰੀ ਹਰਿਮੰਦਰ ਸਾਹਿਬ ਦਾ ਦਰਬਾਰ ਹੈ। ਇੱਥੇ ਸੰਤ ਸਿੰਘ ਜੀ ਕਹਿੰਦੇ ਕਥਾ ਕਰਿਆ ਕਰਦੇ ਜਦੋਂ ਪੰਜ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦੇ। ਪੰਜ ਸਰੂਪ ਪ੍ਰਕਾਸ਼ ਕਰਕੇ ਫਿਰ ਕਥਾ ਕਰਿਆ ਕਰਦੇ ਸਨ ਭਾਈ ਸੰਤ ਸਿੰਘ ਜੀ, ਜੋ ਕਵੀ ਜੀ ਦੇ ਉਸਤਾਦ ਜੀ ਹਨ। ਕਵੀ ਸਾਹਿਬ ਜੀ ਉਹਨਾਂ ਦੀ ਵਡਿਆਈ ਕਰ ਰਹੇ ਹੈ। ਫਿਰ ਸੰਤ ਸਿੰਘ ਇੰਨੇ ਮਹਾਂਪੁਰਸ਼ ਸਨ, ਕਹਿੰਦੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਅਤੇ ਜਦੋਂ ਕਿਤੇ ਮਹਾਰਾਜਾ ਰਣਜੀਤ ਸਿੰਘ ਆਇਆ ਕਰਦਾ ਅਤੇ ਸੰਤ ਸਿੰਘ ਜੋ ਗੁਰੂ ਘਰ ਦੇ ਗ੍ਰੰਥੀ ਵੀ, ਕਥਾਵਾਚਕ ਵੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਬੁਲਾਇਆ ਇਹਨਾਂ ਨੂੰ ਵੀ ਉਹ ਗਿਆਨੀ ਜੀ ਨੂੰ ਸਾਡੇ ਪਾਸ ਬੁਲਾ ਕੇ ਲਿਆਓ। ਅਤੇ ਮਹਾਂਪੁਰਸ਼ ਜੋ ਗੁਰੂ ਕੇ ਲੰਗਰਾਂ ਦਾ ਵਾਧੂ ਘਾਟੂ, ਜਿਵੇਂ ਉਹ ਰਾਸ਼ਨ ਭੋਜਨ ਉਹ ਗਲੀਆਂ ਵਿੱਚ ਲੰਘਿਆ ਹੁੰਦਾ, ਜਿੱਥੋਂ ਸਫਾਈ ਕਰਨ ਵਾਲੀ ਹੁੰਦੀ ਗਲੀ, ਉੱਥੇ ਸਫਾਈ ਕਰਿਆ ਕਰਦੇ ਸਨ ਗਿਆਨੀ ਹੋ ਕੇ ਵੀ। ਅਤੇ ਜਿੰਨਾ ਉੱਥੇ ਰਸਤ ਬਸਤ ਕੋਈ ਡੁੱਲੀ ਹੋਣੀ ਜੂਠ ਗੁਰੂ ਕੀ ਸੰਗਤ ਦੀ, ਉਹਨੂੰ ਸਾਫ਼ ਕਰਿਆ ਕਰਦੇ ਭਾਈ ਸੰਤ ਸਿੰਘ ਜੀ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸੇਵਕ ਆਪਣੇ ਨੂੰ ਭੇਜ ਕੇ ਆਪਣੇ ਫੌਜੀ ਨੂੰ ਵੀ ਗਿਆਨੀ ਜੀ ਨੂੰ ਬੁਲਾ ਕੇ ਲਿਆਓ। ਅਤੇ ਭਾਈ ਸੰਤ ਸਿੰਘ ਜੀ ਨਹੀਂ ਆਏ ਉੱਥੇ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹੇ ਉਹ ਇੱਥੇ ਆ ਜਾਣਾ, ਅਸੀਂ ਨਹੀਂ ਆ ਸਕਦੇ। ਅਤੇ ਆਪ ਮਹਾਰਾਜਾ ਰਣਜੀਤ ਸਿੰਘ ਉੱਥੇ ਗਏ, ਹੱਥ ਜੋੜ ਕੇ ਕਹਿਣ ਲੱਗੇ ਮਹਾਂਪੁਰਸ਼ੋ ਕੋਈ ਸੇਵਾ ਦੱਸੋ, ਸੇਵਾ ਕੀ ਕਰੀਏ। ਅਤੇ ਭਾਈ ਸੰਤ ਸਿੰਘ ਜੀ ਨੇ ਕਿਹਾ ਵੀ ਸੇਵਾ ਜੇ ਕਰਨੀ ਤਾਂ ਹੋਰ ਕਿਹੜੀ ਸੇਵਾ ਕਰਨੀ, ਜੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਸੋਨਾ ਲਾਓ। ਇਹਨਾਂ ਦੀ ਬੇਨਤੀ ਜਦੋਂ ਇਹਨਾਂ ਨੇ ਇਸ ਤਰ੍ਹਾਂ ਬਚਨ ਕੀਤਾ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਬੇਅੰਤ ਸੋਨੇ ਦੀ ਸੇਵਾ ਕੀਤੀ ਹੈ ਹਰਿਮੰਦਰ ਸਾਹਿਬ। ਸਾਧ ਸੰਗਤ ਜੀ, ਇਹ ਭਾਈ ਸੰਤ ਸਿੰਘ 8 ਪੈਰ ਨਾਮ ਸਿਮਰਨ ਦੇ ਅਭਿਆਸੀ ਸਨ। ਅਤੇ ਅੱਜ ਕੱਲ੍ਹ ਵੇਖ ਲਓ ਕਿੰਨੇ ਲੋਕ ਗ੍ਰੰਥੀ ਹੈ, ਉਹ ਭਾਵੇਂ ਛੋਟਾ ਗ੍ਰੰਥੀ ਭਾਵੇਂ ਵੱਡਾ ਗ੍ਰੰਥੀ ਹੈ, ਉਹ ਸੇਵਾ ਸੁਵਾ ਗੁਰੂ ਮਹਾਰਾਜ ਦੇ ਘਰ ਦੀ ਕੋਈ ਕਰ ਨਹੀਂ ਸਕਦਾ। ਅਤੇ ਇਹਦੇ ਮਹਾਨ ਕਥਾਵਾਚਕ ਬੜੇ ਵਿਦਵਤਾ ਵਾਲੇ ਫਿਰ ਵੀ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੇ ਲੰਗਰਾਂ ਦੀ ਜਿੱਥੇ ਜੂਠ ਡੁੱਲੀ ਹੁੰਦੀ, ਉਹ ਗਲੀਆਂ ਸਾਫ਼ ਆਪ ਕਰਦੇ ਹੁੰਦੇ ਸਨ। ਇਸ ਕਰਕੇ ਕਵੀ ਸਾਹਿਬ ਜੀ ਕਹਿੰਦੇ ਹੈ ਕਿ ਮੇਰੇ ਉਸਤਾਦ ਜੋ ਸੰਤ ਸਿੰਘ, ਜਿਨ੍ਹਾਂ ਦਾ ਚੰਗਾ ਨਾਮ ਸ਼ੁਭ ਨਾਮ ਹੈ, ਜਿਨ੍ਹਾਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਸਿਮਰਨ ਵਿੱਚ ਹੀ ਬੜੀ ਪ੍ਰੀਤੀ ਸੀ, 8 ਪੈਰ ਜੋ ਨਾਮ ਸਿਮਰਦੇ ਸਨ। ਵਿਦਿਆ ਜਿਨ ਤੇ ਮੈਂ ਪਠੀ, ਜਿਨ੍ਹਾਂ ਤੋਂ ਮੈਂ ਕਵੀ ਸੰਤੋਖ ਸਿੰਘ ਨੇ ਵਿਦਿਆ ਪੜ੍ਹੀ ਹੈ ਬ੍ਰਹਮ ਵਿਦਿਆ। ਤਿੰਨ ਪਦ ਕਰੋ ਪ੍ਰਣਾਮ, ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਵੀ ਮੈਂ ਬੇਅੰਤ ਪ੍ਰਣਾਮ ਕਰਦਾ, ਮੱਥਾ ਟੇਕਦਾ ਹਾਂ। ਕਬਿਤ ਸੁਤਾ ਸਵਤਾ ਸਕੀ ਨਸਈਆ ਪਾਪ ਰਾਸ ਕੀ। ਹੁਣ ਕਵੀ ਸਾਹਿਬ ਜੀ ਜਿੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਕੀਤੀ ਅਤੇ ਆਰੰਭ ਕੀਤਾ ਹੈ, ਉੱਥੋਂ ਦਾ ਦੱਸ ਰਹੇ ਹੈ। ਇਹ ਅੰਬਾਲੇ ਜ਼ਿਲ੍ਹੇ ਦੇ ਕੋਲ ਹੀ ਜਿਹੜਾ ਬੂੜੀਆ ਪਿੰਡ ਹੈ, ਕਵੀ ਸਾਹਿਬ ਜੀ ਜੋ ਜਗਾਦਰੀ ਤੋਂ 5 ਮੀਲ ਦੀ ਵਿੱਥ 'ਤੇ ਹੈ,
ਇੱਥੇ ਕਵੀ ਸਾਹਿਬ ਜੀ ਮਾਤਾ ਪਿਤਾ ਸਮੇਤ ਚਲੇ ਗਏ ਸਨ। ਉਂਝ ਕਵੀ ਜੀ ਦਾ ਜਿਹੜਾ ਜਨਮ ਹੈ ਜੋ ਨੂਰਦੀਨ ਦੀ ਸਰਾਂ ਤਰਨਤਾਰਨ ਸਾਹਿਬ ਦੇ ਕੋਲ ਹੀ ਇੱਥੇ ਹੋਇਆ ਸੀ। ਅਤੇ ਫਿਰ ਬੂੜੀਆ ਨਗਰ ਗਏ। ਉੱਥੇ ਬੂੜੀਆ ਨਗਰ ਵਿੱਚ ਜਾ ਕੇ ਪਹਿਲਾਂ ਨਾਮਕੋਸ਼ ਲਿਖਿਆ ਹੈ ਕਵੀ ਸਾਹਿਬ ਜੀ ਨੇ। ਫਿਰ ਮਨ 'ਚ ਇਹ ਵਿਚਾਰ ਆਏ ਵੀ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਲਿਖਿਆ ਜਾਏ ਜੋ ਬੜਾ ਮਹਾਨ ਹੈ। ਕਵੀ ਸਾਹਿਬ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਵੇਖੀ। ਜਦੋਂ ਵੇਖੀ ਤਾਂ ਉਹ ਹਿੰਦਾਲੀਆਂ ਨੇ, ਕਬੀਰ ਪੰਥੀਆਂ ਨੇ ਜੋ ਨਿੰਦਕਾਂ ਦੇ ਵਿੱਚ ਰੌਲਾ ਪਾਇਆ ਸੀ, ਉਹ ਵੇਖ ਕੇ ਬੜਾ ਮਨ ਦੁਖੀ ਹੋਇਆ। ਫਿਰ ਬੂੜੀਆ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ। ਇੱਥੇ ਆ ਕੇ ਭਾਈ ਬਾਲੇ ਵਾਲੀ ਪੁਰਾਤਨ ਜਨਮ ਸਾਖੀ ਲੈ ਕੇ, ਭਾਈ ਮਣੀ ਸਿੰਘ ਵਾਲੀ ਪੁਰਾਤਨ ਜਨਮ ਸਾਖੀ ਲੈ ਕੇ, ਹੋਰ ਇਤਿਹਾਸਕ ਗੁਰੂ ਮਹਾਰਾਜ ਜਿੱਥੋਂ ਜਿੱਥੋਂ ਇਤਿਹਾਸ ਮਿਲਿਆ, ਮਹਿਮਾ ਪ੍ਰਕਾਸ਼ਕ, ਇਹ ਸਾਰੇ ਇਤਿਹਾਸਾਂ ਨੂੰ ਇਕੱਠਿਆਂ ਕਰਕੇ ਕਵੀ ਸਾਹਿਬ ਜੀ ਨੇ ਫਿਰ ਬੂੜੀਆ ਨਗਰ ਜਿਹੜਾ ਜਾ ਕੇ ਨਾਨਕ ਪ੍ਰਕਾਸ਼ ਆਰੰਭਿਆ। ਆਹ 1.5-2 ਸਾਲ ਦੇ ਵਿੱਚ ਹੀ ਸਾਰਾ ਲਿਖਿਆ ਹੈ ਨਾਨਕ ਪ੍ਰਕਾਸ਼। ਇੱਕ ਕਵਿਤਾ ਲਿਖਣੀ ਹੋਵੇ ਤਾਂ ਸਾਧ ਸੰਗਤ ਜੀ ਬੜਾ ਟਾਈਮ ਲੱਗ ਜਾਂਦਾ। ਇੰਨਾ ਇਤਿਹਾਸ ਉਹਨਾਂ ਛੇਤੀ ਨਾਲ ਲਿਖਿਆ, ਬੜੀ ਵੱਡੀ ਕਿਰਪਾ ਮਹਾਰਾਜ ਜੀ ਦੀ। ਉਹ ਬੂੜੀਆ ਨਗਰ ਜਮਨਾ ਨਦੀ ਦੇ ਕਿਨਾਰੇ 'ਤੇ ਵਸਦਾ ਹੈ, ਜਿਸ ਕਰਕੇ ਉਸ ਨਗਰ ਦੀ ਕਵੀ ਸਾਹਿਬ ਜੀ ਸਿਫਤ ਕਰ ਰਹੇ ਹਨ। ਸੁਤਾ ਸਵਤਾਸ ਕੀ ਨਸਈਆ ਪਾਪ ਰਾਸ ਕੀ। ਕਹਿੰਦੇ ਹੈ ਕਿ ਜੋ ਸੁਤਾ ਸਵਤਾਸ ਕੀ, ਸਵਤਾਸ ਕਹਿੰਦਾ ਸੂਰਜ ਨੂੰ, ਜੋ ਸੂਰਜ ਦੀ ਪੁੱਤਰੀ ਹੈ ਜਮਨਾ ਨਦੀ, ਅਤੇ ਰਾਸ ਕਹੀਏ ਸਮੂਹ ਪਾਪਾਂ ਦੇ ਨਾਸ ਕਰਨ ਵਾਲੀ ਹੈ। ਦਵਈਆ ਮੁਖ ਦਾਸ ਕੀ ਲਖਾ ਜੋ ਨੇਮ ਜਮਨਾ। ਜੋ ਜਮਨਾ ਨਦੀ ਆਪਣੇ ਦਾਸਾਂ ਨੂੰ ਮੁਕਤੀ ਦੇਣ ਵਾਲੀ ਹੈ, ਮੁਕਤੀ ਦਾ ਦੇਣ ਵਾਲੀ ਹੈ। ਲਖੇ ਜੋ ਨੇਮ ਜਮਨਾ, ਜਿਹੜੇ ਕੋਈ ਜਮ ਨੇਮ ਆਦਿਕ ਸਾਧਨ ਜਾਣਦੇ ਹੈ ਉਹਨਾਂ ਨੂੰ ਮੁਕਤੀ ਬਖਸ਼ਣ ਵਾਲੀ ਹੈ। ਜਾਂ ਲਖੇ ਜੋ ਨੇਮ ਜਮਨਾ, ਜਮਨਾ ਨਦੀ ਨੂੰ ਜੋ ਨੇਮ ਨਾਲ ਨਿਯਮ ਨਾਲ ਜੋ ਜਾਣਦਾ ਹੈ, ਉੱਥੇ ਜਾ ਕੇ ਸਾਧਨਾ ਕਰਦਾ ਹੈ, ਉਹਨੂੰ ਮੁਕਤੀ ਬਖਸ਼ਣ ਵਾਲੀ ਹੈ। ਏਕ ਬਾਰ ਬਾਰਿਸ਼ ਹੋਏ ਪਾਵਨ ਤਾ ਪਾਵਨ ਕੇ। ਇੱਕ ਵਾਰ ਜਿਹੜਾ ਜਮਨਾ ਦੇ ਬਾਰ ਕਹੀਏ ਪਾਣੀ ਨੂੰ ਛੋਹ ਜਾਂਦਾ ਹੈ, ਉਸ ਦੀ ਪਵਿੱਤਰਤਾ ਨਾਲ ਉਹ ਪਵਿੱਤਰ ਹੋ ਜਾਂਦਾ, ਉਹਨੂੰ ਪਵਿੱਤਰ ਕਰਦੀ ਹੈ। ਪਾਨ ਤੈ ਸਨਾਨ ਤੈ ਦੁਖਦ ਤਿੰਨ ਜਮਨਾ। ਪਾਨ ਜੇ ਕੋਈ ਛਕ ਲੈ, ਪੀਂਦੇ ਆ ਜਿਹੜੇ ਇਸ਼ਨਾਨ ਕਰਦੇ ਆ, ਸਾਰਿਆਂ ਦੇ ਦੁੱਖ ਦੂਰ ਕਰ ਦਿੰਦੀ ਹੈ, ਉਹਨਾਂ ਨੂੰ ਜਮਾਂ ਦਾ ਦੁੱਖ ਨਹੀਂ ਹੁੰਦਾ ਹੈ। ਸ਼ਾਮ ਜਲ ਜਲਜ ਬਿਲੋਚਨੀ ਕੋ ਸ਼ਾਮ ਪਤ। ਜਲਜ ਸ਼ਾਮ ਜਲ, ਜਿਸ ਦਾ ਕਾਲਾ ਪਾਣੀ ਹੈ, ਅਤੇ ਜਲਜ ਬਲੋਚਨੀ, ਜਲਜ ਕਹੀਏ ਕਮਲ ਨੇਤਰ, ਜਿਹਦੇ ਨੇਤਰ ਕਮਲ ਫੁੱਲ ਦੇ ਵਰਗੇ ਹਨ, ਅਤੇ ਸ਼ਾਮ ਪਤ ਜਿਸ ਦਾ ਕਾਲਾ ਕ੍ਰਿਸ਼ਨਪਤੀ ਹੈ, ਮਾਲਕ ਹੈ। ਚੰਚਲ ਅਛਲ ਜਿਨ ਛਲਿਓ ਕਾਲ ਜਮਨਾ। ਜਿਸ ਦਾ ਪਤੀ ਸ਼ਾਮ ਕਹੀਏ ਕ੍ਰਿਸ਼ਨ ਭਗਵਾਨ ਮਾਲਕ ਹੈ, ਪਤੀ ਹੈ, ਜੋ ਚੰਚਲ ਹੈ, ਜਿਹਦੀਆਂ ਤਰੰਗਾਂ ਬੜੀਆਂ ਚੰਚਲ ਹੈ, ਅਤੇ ਆ ਛਲ ਕਹੀਏ ਵੱਡੀਆਂ ਛਲਾਂ ਵਿੱਚ ਜਿਸ ਵਿੱਚ ਉੱਠਦੀਆਂ ਹੈ, ਅਤੇ ਇਸੇ ਤਰ੍ਹਾਂ ਚੰਚਲ ਜੋ ਕ੍ਰਿਸ਼ਨ ਭਗਵਾਨ ਬੜੇ ਚੰਚਲ ਸਨ। ਆ ਛਲ ਜੋ ਆਪ ਛਲੇ ਨਹੀਂ ਜਾਂਦੇ, ਅਤੇ ਜਿਹਨੇ ਕਾਲ ਜਮਨਾ ਨੂੰ ਛਲਿਆ ਸੀ। ਆ ਕਾਲ ਜਮਨ ਜਿਹੜਾ ਹੈ ਸੀ, ਇਹ ਜਰਾ ਸਿੰਧ ਦਾ ਜਦੋਂ ਭੇਜਿਆ ਹੋਇਆ ਕਾਲ ਜਮਨ ਕ੍ਰਿਸ਼ਨ ਭਗਵਾਨ ਨਾਲ ਲੜ ਰਿਹਾ ਸੀ, ਅਤੇ ਇਹ ਮਲੇਸ਼ ਸੀ, ਜਿਸ ਕਰਕੇ ਕ੍ਰਿਸ਼ਨ ਜੀ ਨੇ ਸੋਚਿਆ ਵੀ ਇਹਨੂੰ ਛੂਹਣਾ ਨਹੀਂ, ਇਹਨੂੰ ਹੱਥ ਨਹੀਂ ਲਾਉਣਾ ਹੈ। ਅਤੇ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਜਿਹੜੇ ਇਹਦੇ ਅੱਗੇ ਲਾ ਕੇ ਨੱਠ ਪਏ। ਜਦੋਂ ਨੱਠੇ ਆਏ ਹੈ, ਇੱਕ ਮੁਚਕੰਦ ਰਿਸ਼ੀ ਜਿਹੜਾ ਬੜਾ ਲੰਬਾ ਹੀ ਤਪ ਕਰਕੇ ਉਹ ਗੁਫਾ ਦੇ ਵਿੱਚ ਬੈਠਾ ਹੋਇਆ ਸੀ, ਇਹਨੇ ਵਾਰੀ ਲਿਆ ਸੀ ਵੀ ਜਿਹੜਾ ਮੈਨੂੰ ਜਗਾਵੇ ਅਤੇ ਜਿਹਦੇ ਵੱਲ ਮੈਂ ਪਹਿਲੀ ਨਜ਼ਰ ਨਾ ਵੇਖਾਂ ਉਹ ਭਸਮ ਹੋ ਜੇ ਉੱਥੇ ਹੀ। ਇਹ ਮੁਚਕੰਦ ਰਿਸ਼ੀ ਆਪਣੇ 'ਤੇ ਕੱਪੜਾ ਜਿਹਾ ਲੈ ਕੇ ਐਵੇਂ ਬੈਠਾ ਹੋਇਆ ਸੀ ਚੌਂਕੜਾ ਮਾਰ ਕੇ, ਅਤੇ ਕ੍ਰਿਸ਼ਨ ਭਗਵਾਨ ਜਦੋਂ ਨੱਠੇ ਇਹਦੀ ਗੁਫਾ 'ਚ ਵੜ ਗਏ। ਮੁਚਕੰਦ ਰਿਸ਼ੀ ਦੇ ਆ ਕੇ ਕ੍ਰਿਸ਼ਨ ਜੀ ਨੇ ਜਿਹੜਾ ਹੈ, ਕਈ ਕਹਿੰਦੇ ਲਿਖਿਆ ਪੁਰਾਣਾ ਜੇ ਕੱਪੜਾ ਪਾ ਦਿੱਤਾ, ਕਈ ਕਹਿੰਦੇ ਵੀ ਲੱਤ ਮਾਰ ਦਿੱਤੀ ਹੁੰਦਿਆਂ ਹੀ, ਅਤੇ ਉਹ ਕੱਪੜਾ ਪਾਇਆ ਸਮਝ ਲਓ ਜਾਂ ਲੱਤ ਮਾਰੀ।
ਮੁਚਕੰਦ ਰਿਖੀ ਦੇ ਜਦੋਂ ਕੱਪੜਾ ਸਰੀਰ 'ਤੇ ਪਾ ਦਿੱਤਾ, ਆਪਣਾ ਪੀਤੰਬਰ ਵਸਤਰ, ਪੀਲੇ ਰੰਗ ਦੇ ਕ੍ਰਿਸ਼ਨ ਭਗਵਾਨ ਕੱਪੜੇ ਪਹਿਨਦੇ ਸਨ, ਉਹ ਜਦੋਂ ਪਾ ਦਿੱਤੇ, ਕੱਪੜਾ ਪਾ ਦਿੱਤਾ, ਇਹਨੇ ਨੂੰ ਇਹ ਜਿਹੜਾ ਕਾਲ ਜਮਨ ਪਿੱਛੇ ਆ ਗਿਆ ਦੈਂਤ। ਇਹਨੇ ਸੋਚਿਆ ਵੀ ਕ੍ਰਿਸ਼ਨ ਮੈਨੂੰ ਨਿਠਾ ਕੇ ਇੱਥੇ ਸੁੱਤਾ ਹੋਇਆ ਆਰਾਮ ਨਾਲ। ਇਹਨੇ ਫੜ ਕੇ ਹਿਲਾਤਾ ਮੁਚਕੰਦ ਰਿਖੀ ਨੂੰ, ਉੱਠ ਕੀ ਆਰਾਮ ਕਰ ਰਿਹਾ ਤੂੰ, ਇੱਧਰ ਗੱਲ ਕਰ ਮੇਰੇ ਨਾਲ। ਕ੍ਰਿਸ਼ਨ ਜੀ ਤੇ ਹੁਣ ਪਿੱਛੇ ਲੁਕੇ ਹੋਏ ਸਨ। ਜਦੋਂ ਕਾਲ ਜਮਨ ਨੇ ਆਪਣੇ ਨੇਤਰ ਖੋਲ੍ਹੇ ਹੈ, ਮੁਚਕੰਦ ਰਿਖੀ ਨੇ ਜਦੋਂ ਨੇਤਰ ਖੋਲ੍ਹੇ ਹੈ, ਕਾਲ ਜਮਨ ਉਸੇ ਵੇਲੇ ਭਸਮ ਹੋ ਗਿਆ। ਤਾਂ ਇਸ ਲਿਖ ਰਹੇ ਆ ਕਿ ਜਿਨ ਛਲਿਓ ਕਾਲ ਜਮਨਾ, ਜੋ ਕ੍ਰਿਸ਼ਨ ਜੀ ਬੜੇ ਚੰਚਲ ਸਨ ਅਤੇ ਛਲੇ ਨਾ ਜਾਣ ਵਾਲੇ, ਅਤੇ ਜਿਨ੍ਹਾਂ ਨੇ ਕਾਲ ਜਮਨ ਨੂੰ ਛਲਿਆ ਸੀ, ਮੌਤ ਦੇ ਘਾਟ ਉਤਰਵਾ ਦਿੱਤਾ ਸੀ। ਜਾਂ ਕੇ ਅਨ ਸਮਨਾ ਬਿਗਨ ਗੁਣ ਸਮਨਾ, ਤੇ ਜਿਸ ਜਮਨਾ ਦੇ ਸਮਾਨ ਹੋਰ ਕੋਈ ਨਹੀਂ ਹੈ, ਤੇ ਬਿਗਨ ਗੁਣ ਸਮਨਾ, ਜੋ ਸਮੂਹ ਬਿਗਣਾ ਨੂੰ ਸਮਨਾ ਕਹੀਏ ਨਾਸ ਕਰਨ ਵਾਲੀ, ਨਾਸ ਕਰਤਾ ਹੈ ਜਮਨਾ। ਇਸੇ ਤਰ੍ਹਾਂ ਜਿਹਦੇ ਵਿੱਚ ਗੁਣ ਵੀ ਹੈ ਅਤੇ ਵਿਗਣ ਵੀ ਹੈ। ਜੇ ਕੋਈ ਡੂੰਘੇ ਵਿੱਚ ਜਾ ਕੇ ਵੜ ਜਾਂਦਾ ਜਮਨਾ ਤੇ ਡੁੱਬ ਜਾਂਦਾ, ਉਹਨੂੰ ਵਿਗਣਕਾਰੀ ਹੈ। ਜਿਹੜਾ ਕੋਈ ਪ੍ਰੇਮ ਨਾਲ ਇਸ਼ਨਾਨ ਕੰਢੇ ਕੰਢੇ 'ਤੇ ਕਰ ਲੈਂਦਾ, ਉਹਨੂੰ ਗੁਣਕਾਰੀ ਹੈ। ਐਵੇਂ ਵਿਗਣ ਗੁਣ ਜਿਹਦੇ ਸਮਾਨ ਹੀ ਹੈ, ਅਤੇ ਜਿਸ ਦੇ ਸਮਾਨ ਹੋਰ ਕੋਈ ਨਹੀਂ ਹੈ, ਅਤੇ ਜੋ ਸਮੂਹ ਮੁੱਖ ਅਰਥ ਵੀ ਜੋ ਸਮੂਹ ਵਿਗਣਾ ਨੂੰ ਨਾਸ ਕਰਨ ਵਾਲੀ ਹੈ। ਸਦੀਵ ਸਿੰਧ ਗਮਨਾ ਸਹਾਏ ਸ਼ੁਭ ਜਮਨਾ, ਹਮੇਸ਼ਾ ਸਿੰਧ ਸਮੁੰਦਰ ਨੂੰ ਜੋ ਚੱਲਣ ਵਾਲੀ ਹੈ, ਸਮੁੰਦਰ 'ਚ ਪੈਣ ਵਾਲੀ ਹੈ, ਐਸੀ ਸ਼ੁਭ ਚੰਗੀ ਜਮਨਾ ਜੋ ਸੋਭ ਨੀ ਇੱਕ ਹੋਰ ਹੀ ਸੱਜ ਫੱਬ ਰਹੀ ਹੈ। ਛਪੈ ਸ੍ਰੀ ਜਮਨਾ ਸੁਖ ਕਰਨ। ਇਸ ਤਰ੍ਹਾਂ ਸਾਧ ਸੰਗਤ ਜੀ, ਕਵੀ ਸਾਹਿਬ ਜੀ ਨੇ ਜਿਹੜਾ ਹੈ ਜਿੱਥੇ ਗ੍ਰੰਥ ਸਮਾਪਤ ਕੀਤਾ, ਬੂੜੀਏ ਨਗਰ, ਜਿੱਥੇ ਜਮਨਾ ਨਦੀ ਕੋਲ ਹੀ ਪੈਂਦੀ ਹੈ, ਜਿਸ ਜਮਨਾ ਨਦੀ ਦੇ ਕਿਨਾਰੇ ਬੈਠ ਕੇ ਜਿਹੜੀ ਇਹ ਕਥਾ ਸਮਾਪਤ ਕੀਤੀ ਹੈ, ਉੱਥੇ ਕਵੀ ਸਾਹਿਬ ਜੀ ਉੱਥੋਂ ਦੀ ਸਿਫਤ ਲਿਖ ਰਹੇ ਹੈ। ਇਵੇਂ ਦੱਸਿਆ ਜਾਂਦਾ ਵੀ ਕਵੀ ਸਾਹਿਬ ਜੀ ਜਦੋਂ ਇੱਕ ਪ੍ਰਸੰਗ ਪੂਰਾ ਲਿਖ ਲੈਂਦੇ ਸਨ, ਫਿਰ ਸਾਰੀ ਸੰਗਤ ਨੂੰ ਪ੍ਰਸੰਗ ਦੀ ਕਥਾ ਸੁਣਾਇਆ ਕਰਦੇ। ਜਿਹੜੇ ਕਥਾ ਸੁਣਿਆ ਕਰਦੇ ਬੜੇ ਉਹ ਧੰਨ ਧੰਨ ਹੁੰਦੇ, ਕਈ ਨਾਲ ਦੀ ਨਾਲ ਉਤਾਰੇ ਵੀ ਕਰੀ ਜਾਂਦੇ ਸਨ। ਇਵੇਂ ਕਵੀ ਸਾਹਿਬ ਨੇ ਜੋ ਇਤਿਹਾਸ ਲਿਖਿਆ, ਉਹਦੀ ਜੋ ਮਹਿਮਾ ਲਿਖੀ, ਜਿੱਥੇ ਸਮਾਪਤ ਕੀਤਾ, ਇਵੇਂ ਉਹ ਥੋੜ੍ਹਾ ਜਿਹਾ ਪ੍ਰਸੰਗ ਰਹਿ ਗਿਆ, ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ। ਗੁਰੂ ਮਹਾਰਾਜ ਜੀ ਦੀ ਜਿਹੜੀ ਪਾਵਨ ਪਵਿੱਤਰ ਕਥਾ ਆਪਾਂ ਕੁਝ ਮਹੀਨਿਆਂ ਤੋਂ ਹੀ ਆਰੰਭ ਕੀਤੀ ਸੀ, ਸਾਧ ਸੰਗਤ ਜੀ, ਉਹਦੀ ਕੱਲ੍ਹ ਸਮਾਪਤੀ ਹੋ ਜਾਣੀ ਹੈ। ਜਿਨ੍ਹਾਂ ਗੁਰੂ ਕੀ ਸੰਗਤ ਦੇ ਭਾਗਾਂ ਵਿੱਚ ਹੈ, ਉਹ ਗੁਰੂ ਮਹਾਰਾਜ ਦੀ ਕਥਾ ਦੀ ਸਮਾਪਤੀ ਵੇਲੇ ਜਿਹੜੇ ਹਾਜ਼ਰੀ ਭਰਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੱਲ੍ਹ ਕਥਾ ਵੀ ਸੰਪੂਰਨ ਹੋ ਜਾਣੀ ਹੈ, ਗੁਰੂ ਨਾਨਕ ਪ੍ਰਕਾਸ਼ ਦੀ। ਅਤੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਜਿਹੜਾ 30 ਤਰੀਕ ਨੂੰ ਆ ਗਿਆ, ਜਿਹਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਹੋ ਜਾਣੇ ਹੈ। ਫਿਰ ਮਹਾਰਾਜ ਜੀ ਦੇ ਉਹ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰਕੇ ਵੀ ਆਪਾਂ ਲਾਹਾ ਲੈਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸ਼ਿਆਮ ਜਲ ਜਲਜ ਬਿਲੋਚਨੀ ਕੋ ਸ਼ਿਆਮ ਪਤ, ਚੰਚਲ ਅਛਲ ਜਿਨ ਛਲਿਓ ਕਾਲ ਜਮਨਾ, ਜਾਂ ਕੇ ਅਨ ਸਮਨਾ ਬਿਗਨ ਗੁਣ ਸਮਨਾ, ਸਦੀਵ ਸਿੰਧ ਗਮਨਾ ਸਹਾਏ ਸ਼ੁਭ ਜਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।